साहिब जी आसा महला पंजवा। मता करो सो पकन ना दे, सील संजम कै निकट खलोई। वेश करे बहु रूप दिखावै, ग्रह बसन ना देई वख वख परमावै। घर की नायक करवास न देवै, जतन करो उरझाए परिवै रहो। तुर की भेजी आई अमर, नौ खंड जीतै सब थान थनंतर। तट तीरथ न छोड़ै जोग संन्यास, पढ़ थाके सिमरत वेद अभ्यास। जय बैसो तह नाले वैसे, सगल पवन में सगल सबल परवेश। होशी सरन पया रहन न पाई, कहो मीता हों कह पै जाय। सुनि उपदेश सतगुर पह आया, गुर हर हर नाम मोहे मंत्र दृढ़ाया। निज घर वसया गुण गाए अनंता, प्रभु मिलियो नानक भये अचिंता। घर मेरा ए नायक हमारी, ए अमर हम गुर किए दरबारी। रहाओ दूजा ठाकुर तुम शरनाई आया। उतर गयो मेरे मन का संसार, जब ते दर्शन पाया। ठाकुर तुम शरनाई आया। ज़हरा ज़हूर हाजरा हजूर, सर्व कला भरपूर समरथ गुरु। लोक परलोक दे रखियक भगत वशल ज्ञान दे सागर। बख्शिंद पिता गुरुआं भगतां भट्टां सिखां दी इलाही बाणी। बाणी गुरु जोत रूप दे विच धन धन श्री गुरु ग्रंथ साहिब महाराज सतगुरु जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी। बड़ भागे हाँ असी सारे, महाराज जी ने दया की है, मेहर की है। कायम दायम सदा पातशाही, दो मना सेम एक सौ आही। सब कुछ कायम है, मतलब असी कायम हाँ, इसलिए ये सब कुछ कर रहे हाँ ਜਾਂ गुरु करा रहा है। जो शरीर विच होएगा उस कोलों गुरु करा लेगा कर्म। जो शरीर विच नहीं होएगा वो कर्म नहीं कर सकेगा।
ਜਿਸ ਦੇ ਸਰੀਰ ਦੇ ਵਿੱਚ ਬਲ ਤਾਕਤ ਹੈ ਉਹ ਕੁਛ ਕਰ ਲਏਗਾ। ਜਿਸ ਦੇ ਸਰੀਰ ਦੇ ਅੰਦਰ ਬਲ ਤਾਕਤ ਘਟ ਜਾਏ ਜਾਂ ਮੁੱਕ ਜਾਏ ਉਹ ਕੁਝ ਵੀ ਨਹੀਂ ਕਰ ਸਕਦਾ। ਕਿਸੇ ਲਈ ਕਿਸੇ ਨੇ ਕੀ ਕਰਨਾ? ਜੇ ਇਨਸਾਨ ਵਿੱਚ ਬਲ ਛੁਟਕਿਓ ਬੰਧਨ ਭਰੇ। ਜੇ ਬਲ ਘਟ ਜਾਏ ਨਾ, ਬਲ ਦਾ ਮਤਲਬ ਹੁੰਦਾ ਤਾਕਤ, ਐਨਰਜੀ। ਬੰਦਾ ਆਪਣੇ ਸਰੀਰ ਨੂੰ ਤੋੜ ਨਹੀਂ ਸਕਦਾ, ਆਪਣੀ ਚਾਰਪਾਈ, ਮੰਜਾ ਜਾਂ ਪਲੰਘ, ਬੈੱਡ ਉਹਦੇ ਤੋਂ ਉਤਰ ਨਹੀਂ ਸਕਦਾ, ਆਪਣੇ ਸਰੀਰ ਨੂੰ ਹੀ ਅੱਗੇ ਨਹੀਂ ਲਿਜਾ ਸਕਦਾ ਜੇ ਬਲ ਨਾ ਹੋਵੇ। ਜੇ ਬਲ ਹੈ, ਜੇ ਤਾਕਤ ਦਿੱਤੀ ਹੈ ਮਾਲਕ ਨੇ, ਫਿਰ ਉਸ ਬਲ ਨੂੰ ਸੰਸਾਰ ਦੇ ਲਈ ਨਹੀਂ ਹੀ ਲਾਉਣਾ, ਸੰਸਾਰ ਵਾਸਤੇ ਖਤਮ ਨਹੀਂ ਕਰਨਾ। ਜਿੰਨੀ ਸਾਨੂੰ ਤਾਕਤ ਮਿਲੀ ਹੈ, ਸਰੀਰ ਦੇ ਵਿੱਚ ਜਿਹੜੀ ਸਾਡੀ ਤਾਕਤ ਹੈ ਨਾ, ਐਨਰਜੀ ਜਾਂ ਬਲ ਬਾਣੀ ਵਿੱਚ ਲਿਖਿਆ, ਉਸ ਬਲ ਨੂੰ, ਉਸ ਤਾਕਤ ਨੂੰ ਤੂੰ ਕੇਵਲ ਆਪਣੇ ਲਈ ਖਰਚ ਕਰਨ ਵਾਸਤੇ ਨਹੀਂ ਰੱਖਣਾ। ਇਸ ਬਲ ਨੂੰ, ਇਸ ਤਾਕਤ ਨੂੰ ਤੂੰ ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਆਪ ਨੂੰ ਸੰਵਾਰਨ ਦੇ ਲਈ ਜਾਂ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਆਪਣੀ ਬਲ ਜਾਂ ਤਾਕਤ ਨੂੰ ਇਸਤੇਮਾਲ ਕਰਨਾ। ਸੋ ਬਲ ਹੈ ਤੇ ਸਭ ਕੁਛ ਹੈ, ਜੇ ਬਲ ਨਹੀਂ ਤੇ ਫਿਰ ਕੁਝ ਵੀ ਨਹੀਂ। ਸੋ ਇਸ ਲਈ ਅਸੀਂ ਕਹਿੰਦੇ ਹਾਂ ਗੁਰੂ ਸਾਨੂੰ ਬਲ ਬਖਸ਼। ਬਲ ਦਾ ਮਤਲਬ ਤਾਕਤ ਬਖਸ਼, ਸਮਤ ਬਖਸ਼, ਮਿਹਰ ਬਖਸ਼, ਚਲਣਾ ਬਖਸ਼, ਤੁਰਨਾ ਬਖਸ਼, ਦੇਖਣਾ ਬਖਸ਼, ਸ਼ਾਂਤੀ ਬਖਸ਼, ਸੁੱਖ ਬਖਸ਼, ਬਲ ਬਖਸ਼। ਬਲ ਦਾ ਮਤਲਬ ਮੈਂ ਪਹਿਲਾਂ ਬੇਨਤੀ ਕੀਤੀ ਹੈ ਤਾਕਤ। ਸੰਸਾਰ ਦੇ ਵਿੱਚ ਚੱਲਣ ਦਾ, ਗੁਰਮਤ ਮਾਰਗ 'ਤੇ ਚੱਲਣ ਦਾ ਮਹਾਰਾਜ ਜੀ ਬਲ ਬਖਸ਼। ਕਿਉਂ? ਕਿਉਂਕਿ ਸਾਡੇ ਕੋਲ ਉਹ ਬਲ ਨਹੀਂ ਜਿਹੜੇ ਬਲ ਦੇ ਨਾਲ ਇਨਸਾਨ ਗੁਰਮਤ ਦੇ ਰਾਹ 'ਤੇ ਤੁਰਦਾ। ਉਹ ਸਾਡੇ ਕੋਲ ਅਜੇ ਤੱਕ ਬਲ ਨਹੀਂ। ਉਹ ਬਲ ਆਪ ਜੀ ਨੇ ਦੇਣਾ, ਉਹ ਬਲ ਆਪ ਜੀ ਨੇ ਬਖਸ਼ਿਸ਼ ਕਰਨਾ। ਇਸ ਕਰਕੇ ਜਿਸ ਕੋਲ ਆਤਮਕ ਬਲ ਜਾਂ ਆਤਮਕ ਸ਼ਕਤੀ ਹੈ, ਉਸ ਮਨੁੱਖ ਦਾ ਸਰੀਰ ਵੀ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਹੈ। ਜੰਝ ਵੀ ਕਹਿ ਸਕਦੇ ਹਾਂ ਜਿਹਦਾ ਮਨ ਪੱਕਾ, ਮਨ ਦ੍ਰਿੜ, ਮਨ ਬਹੁਤ ਜ਼ਿਆਦਾ, ਜੰਝ ਵੀ ਕਹਿ ਸਕਦੇ ਹਾਂ ਬੜਾ ਜਿਗਰੇ ਵਾਲਾ, ਕੋਈ ਜਿਗਰੇ ਵਾਲਾ, ਉਹਦਾ ਸਰੀਰ ਵੀ ਉਹਦਾ ਸਾਥ ਦੇਗਾ। ਜਿਸ ਮਨੁੱਖ ਦੇ ਅੰਦਰ ਬਲ ਨਹੀਂ, ਜਿਸ ਮਨੁੱਖ ਦਾ ਮਨ ਕਮਜ਼ੋਰ ਹੈ, ਉਹਦਾ ਸਰੀਰ ਵੀ ਉਹਦਾ ਸਾਥ ਨਹੀਂ ਦੇਵੇਗਾ। ਚਲੋ ਇਹ ਤੇ ਸੰਸਾਰੀ ਬਲ ਦੀ ਗੱਲ ਹੋ ਗਈ ਨਾ। ਮਨ ਨੂੰ ਵੀ ਬਲ ਤਾਂ ਹੀ ਮਿਲਦਾ ਜੇ ਗੁਰੂ ਮਿਹਰ ਕਰੇ। ਮਨ ਪੱਕਾ, ਇਰਾਦਾ ਪੱਕਾ ਉਸ ਦਾ ਹੀ ਹੁੰਦਾ ਜਿਸ ਤੇ ਮਾਲਕ ਮਿਹਰ ਕਰਦਾ ਹੈ। ਸੋ ਵਿਚਾਰ ਚੱਲ ਪਿਆ ਬਲ ਦਾ। ਜੇ ਸਾਡੇ ਵਿੱਚ ਬਲ ਹੈ, ਜੇ ਸਾਡੇ ਵਿੱਚ ਤਾਕਤ ਹੈ, ਜੇ ਸਾਡੇ ਵਿੱਚ ਐਨਰਜੀ ਹੈ, ਉਸ ਬਲ ਨੂੰ ਗਲਤ ਪਾਸੇ ਨਹੀਂ ਲਾਉਣਾ। ਉਸ ਬਲ ਨੂੰ ਕਮਜ਼ੋਰ ਨੂੰ ਦਬਾਉਣ ਦੇ ਲਈ ਨਹੀਂ ਵਰਤਣਾ। ਹੱਥੋਂ ਪਾਈ ਹੋ ਕੇ ਕਿਸੇ ਦੀ ਬਾਂਹ ਮਰੋੜ ਕੇ ਕਿਸੇ ਨੂੰ ਕੁੱਟਣ ਦੇ ਲਈ ਨਹੀਂ ਵਰਤਣਾ ਬਲ। ਧਿਆਨ ਦੇਣਾ, ਬਲ ਆਪਣੀ ਵਾਹ ਵਾਹ ਕਰਾਉਣ ਦੇ ਲਈ, ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਬਲ ਨਹੀਂ ਵਰਤਣਾ। ਕਿਸੇ ਨੂੰ ਝਗੜੇ ਦੇ ਵਿੱਚ ਗਲਤ ਪਾਸੇ ਫਸਾਉਣ ਦੇ ਵਿੱਚ ਬਲ ਨਹੀਂ ਵਰਤਣਾ।
ਕਿਸੇ ਦਾ ਜਾਂ ਬੁਰਾ ਕਰਨ ਦੇ ਲਈ ਬਲ ਨਹੀਂ ਵਰਤਣਾ, ਬਲ ਨੂੰ ਹਮੇਸ਼ਾ ਭਲਾ ਕਰਨ ਦੇ ਲਈ ਹੀ ਵਰਤਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਫਟਕਾਰ ਜਿਹੜੀ ਸੀ ਉਹ ਸਿੱਧ ਜੋਗੀਆਂ ਨੂੰ ਲਗਾਈ ਸੀ, ਤੁਹਾਡੇ ਵਿੱਚ ਬਲ ਹੈ, ਤੁਸੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਤੁਹਾਡੇ ਵਿੱਚ ਬਲ ਹੈ, ਤੇ ਤੁਸੀਂ ਇਸ ਬਲ ਨੂੰ ਕਿਹੜੇ ਪਾਸੇ ਲਾਇਆ? ਤੁਸੀਂ ਨਾ ਗ੍ਰਸਤੀ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ, ਉਹਨਾਂ ਨੂੰ ਗਲਤ ਰਾਹ 'ਤੇ ਤੁਰਦੇ ਹੋ, ਉਹਨਾਂ ਨੂੰ ਤੁਸੀਂ ਲੜਾਉਂਦੇ ਹੋ, ਭੜਕਾਉਂਦੇ ਹੋ, ਭਰਮਾਉਂਦੇ ਹੋ। ਇਹ ਤੁਹਾਡਾ ਬਲ ਜਿਹੜਾ ਹੈ ਇਹ ਕਿਸੇ ਕੰਮ ਦਾ ਨਹੀਂ। ਇਸ ਬਲ ਨੂੰ ਭਲਾਈ ਦੇ ਲਈ ਵਰਤਣਾ ਸੀ, ਇਸ ਬਲ ਨੂੰ ਪਰਉਪਕਾਰ ਦੇ ਲਈ ਵਰਤਣਾ ਸੀ। ਜਿਸ ਕੋਲ ਬਲ ਹੁੰਦਾ ਉਹਨੂੰ ਕਹਿੰਦੇ ਬਲਵਾਨ। ਕੱਲਾ ਨਾਂ ਰਖਾਉਣ ਦੇ ਨਾਲ ਬਲਵਾਨ ਨਹੀਂ ਹੋ ਜਾਂਦਾ, ਕੱਲਾ ਨਾਂ ਰੱਖਣ ਦੇ ਨਾਲ ਕੋਈ ਸੱਚਾ ਸੁੱਚਾ ਜਾਂ ਗੁਰਮੁਖ ਨਿਰਮਲ ਨਹੀਂ ਹੋ ਸਕਦਾ। ਨਾਮ ਦੇ ਸਾਰੀ ਦੁਨੀਆ ਵਿੱਚ ਅਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਦੇ ਧੀਆਂ ਪੁੱਤਰਾਂ ਦੇ ਨਾਮ ਉਹ ਬੜੇ ਧਾਰਮਿਕ ਰੱਖੇ ਹੁੰਦੇ ਨੇ, ਪਰ ਉਸ ਵਰਗਾ ਬਣਨਾ ਵੀ ਤਾਂ ਹੁੰਦਾ ਹੈ, ਉਸ ਵਰਗਾ ਬਣਨਾ ਵੀ ਹੁੰਦਾ। ਜੇ ਉਸ ਵਰਗਾ ਸਾਰੀ ਜ਼ਿੰਦਗੀ ਬਣਿਆ ਹੀ ਨਾ, ਗੁਰਮੁਖ ਸਿੰਘ ਨਾ ਹੋਵੇ, ਜੇ ਸਾਰੀ ਜ਼ਿੰਦਗੀ ਮਨਮੁਖਾਂ ਵਾਲੀਆਂ ਗੱਲਾਂ ਕਰਦਾ ਰਹੇ, ਤੇ ਫਿਰ ਉਹ ਗੁਰਮੁਖ ਨਾਂ ਰਖਾਉਣ ਦੇ ਨਾਲ ਕੋਈ ਪਾਰ ਉਤਾਰਾ ਥੋੜ੍ਹਾ ਹੋ ਜਾਣਾ। ਜੇ ਨਾਂ ਵਧੀਆ ਰੱਖਿਆ ਹੈ ਤੇ ਫਿਰ ਉਸ ਨਾਮ ਨੂੰ ਲਾਜ ਨਾ ਲੱਗੇ, ਫਿਰ ਉਸ ਨਾਮ ਨੂੰ ਕਮਾਏ ਵੀ ਇਹ ਮੈਨੂੰ ਮਹਾਰਾਜ ਜੀ ਨੇ ਨਾਮ ਦਿੱਤਾ ਹੈ। ਤੇ ਸਾਡਾ ਦੂਜਾ ਨਾਮ ਬਾਅਦ ਵਿੱਚ ਹੈ ਜਿਹੜਾ ਦੁਨੀਆ ਨੇ ਦਿੱਤਾ। ਪਹਿਲਾਂ ਅਸੀਂ ਜਿਸ ਕੌਮ, ਜਿਸ ਘਰ ਦੇ ਵਿੱਚ ਪੈਦਾ ਹੋਏ ਹਾਂ, ਸਾਨੂੰ ਲੋਕ ਸਿੱਖ ਆਖਦੇ ਹਨ, ਸਾਡੇ ਗੁਰੂ ਸਾਨੂੰ ਸਿੱਖ ਕਹਿੰਦੇ ਹਨ। ਤੇ ਸਿੱਖ ਦਾ ਮਤਲਬ ਹੁੰਦਾ ਸਿੱਖਣਾ। ਬੜੀ ਵਾਰੀ ਸੁਣਦੇ ਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਜਿਹੜਾ ਸਿੱਖ ਸਿੱਖਣਾ ਨਹੀਂ ਚਾਹੁੰਦਾ ਉਹ ਭਾਵੇਂ ਫਾਰਮਾਂ ਦੇ ਉੱਪਰ, ਕਿਤਾਬਾਂ ਦੇ ਉੱਪਰ, ਕਾਪੀਆਂ ਦੇ ਉੱਪਰ ਜਿੰਨਾ ਮਰਜ਼ੀ ਕੌਮ ਸਿੱਖ ਲਿਖਾਈ ਜਾਵੇ, ਉਹਦੇ ਨਾਲ ਸਿੱਖ ਨਹੀਂ ਬਣਦਾ। ਜਿੰਨਾ ਮਰਜ਼ੀ ਆਪਣਾ ਬਲ ਦਿਖਾਈ ਜਾਵੇ, ਜਦੋਂ ਤੱਕ ਉਸ ਦਾ ਬਲ, ਉਸ ਦਾ ਜ਼ੋਰ ਚੰਗੀ ਚੀਜ਼ ਵੱਲ ਨਹੀਂ ਜਾਂਦਾ, ਉਦੋਂ ਤੱਕ ਉਹ ਬਲਵਾਨ ਵੀ ਨਹੀਂ ਹੈ, ਉਦੋਂ ਤੱਕ ਉਹ ਪਵਿੱਤਰ ਤੇ ਸੁੱਚਾ ਵੀ ਨਹੀਂ ਹੈ, ਉਦੋਂ ਤੱਕ ਉਹ ਸ਼ੂਰਵੀਰ ਯੋਧਾ ਵੀ ਨਹੀਂ ਹੈ, ਜਦੋਂ ਤੱਕ ਉਹ ਆਪਣੇ ਅੰਦਰ ਦੇ ਵਿਕਾਰਾਂ ਦੇ ਨਾਲ ਲੜਾਈ ਨਹੀਂ ਕਰਦਾ ਜਾਂ ਮਨ 'ਤੇ ਕਾਬੂ ਨਹੀਂ ਪਾਉਂਦਾ, ਤੇ ਉਹਦਾ ਬਲ ਕਿਸੇ ਕੰਮ ਦਾ ਨਹੀਂ ਹੈ। ਜਿਸ ਇਨਸਾਨ ਨੇ ਆਪਣੇ ਮਨ ਦੇ ਭਾਵਾਂ ਨੂੰ ਕਾਬੂ ਨਾ ਕੀਤਾ, ਇਹਨੂੰ ਨਕੇਲ ਨਾ ਪਾਈ, ਉਹ ਬਲਵਾਨ ਨਹੀਂ, ਉਹ ਕਮਜ਼ੋਰ ਹੁੰਦਾ ਹੈ। ਬੜੀ ਵਾਰੀ ਤੁਸੀਂ ਸਰਵਣ ਕੀਤਾ, ਸਰੀਰਕ ਤਾਕਤ ਦੇ ਨਾਲ ਕੋਈ ਬਲਵਾਨ ਨਹੀਂ ਹੁੰਦਾ। ਬਲ ਸੋਚ ਵਿੱਚ ਹੋਣਾ ਚਾਹੀਦਾ, ਧਿਆਨ ਦੇਣਾ, ਬਲ ਸੋਚ ਵਿੱਚ ਹੋਣਾ ਚਾਹੀਦਾ, ਬਲ ਬੰਦੇ ਦੀ ਜ਼ੁਬਾਨ ਵਿੱਚ ਹੋਣਾ ਚਾਹੀਦਾ, ਬਲ ਬੰਦੇ ਦੀ ਸੋਚ ਵਿੱਚ ਹੋਣਾ ਚਾਹੀਦਾ, ਬੰਦੇ ਦੀ ਜ਼ੁਬਾਨ ਵਿੱਚ ਹੋਣਾ ਚਾਹੀਦਾ। ਵੀ ਜ਼ੁਬਾਨ ਦਾ ਪੱਕਾ ਉਹਨੂੰ ਕਹਿੰਦੇ ਨੇ ਬਲਵਾਨ। ਜਿਹੜਾ ਜ਼ੁਬਾਨ ਦਾ ਕੱਚਾ ਤੇ ਕੰਨਾਂ ਦਾ ਕੱਚਾ ਹੋਵੇ ਉਹਨੂੰ ਲੋਕੀ ਬਲਵਾਨ ਤੇ ਸਹੀ ਨਹੀਂ ਕਹਿੰਦੇ। ਜਿਹੜਾ ਇੱਕ ਵਾਰੀ ਗੱਲ ਕਰ ਦਿੰਦਾ ਤੇ ਭਾਵੇਂ ਦੁਨੀਆ ਦਾ ਕੋਈ ਵੀ ਬੰਦਾ ਆ ਜਾਏ, ਉਹਦਾ ਪਿਓ ਕਿਉਂ ਨਾ ਆ ਜਾਏ ਵੀ ਇੰਜ ਨਹੀਂ ਕਰਨਾ, ਉਹ ਕਹਿੰਦਾ ਨਾ ਬਾਪੂ, ਜੋ ਸੱਚ ਦੀ ਮੈਂ ਗੱਲ ਕਹਿ ਦਿੱਤੀ ਹੈ ਨਾ, ਜੋ ਬਚਨ ਕਰ ਦਿੱਤਾ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਉਹ ਬਲਵਾਨ ਨਹੀਂ ਹੁੰਦਾ, ਉਹ ਤੇ ਧੋਖੇਬਾਜ਼ ਹੁੰਦਾ। ਇਸ ਕਰਕੇ ਜ਼ੁਬਾਨ ਦਾ ਪੱਕਾ, ਇਰਾਦੇ ਦਾ ਪੱਕਾ, ਵਿਚਾਰਾਂ ਦਾ ਪੱਕਾ। ਜ਼ੁਬਾਨ ਦਾ ਪੱਕਾ, ਇਰਾਦੇ ਦਾ ਪੱਕਾ, ਵਿਚਾਰਾਂ ਦਾ ਪੱਕਾ, ਮਨ ਦਾ ਪੱਕਾ ਬੰਦਾ ਬਲਵਾਨ ਹੁੰਦਾ। ਇਹਨੂੰ ਕਹਿੰਦੇ ਨੇ ਬਲ। ਹੁਣ ਮੈਂ ਕੁਛ ਗਿਆ,
ਤੇ ਕੋਈ ਚਾਰ ਬੰਦੇ ਮੇਰੇ ਤੇ ਰੋਹ ਪਾਉਣ ਲੱਗ ਜਾਣ, ਮੈਂ ਆਪਣੀ ਗੱਲ ਬਦਲ ਲਵਾਂ, ਮੈਂ ਬਲਵਾਨ ਨਹੀਂ ਆ। ਹੁਣ ਮੈਂ ਤੁਹਾਨੂੰ ਸੱਚ ਦੀ ਗੱਲ ਸੁਣਾਉਣਾ ਪਿਆ। ਵੈਸੇ ਤਾਂ ਲਾਈਵ ਹੀ ਚੱਲਦਾ, ਜੇ ਕੋਈ ਮੁੱਕਰਨਾ ਚਾਹੇ ਤਾਂ ਮੁੱਕਰ ਵੀ ਨਹੀਂ ਸਕਦਾ। ਹੁਣ ਕੋਈ ਬੰਦਾ ਮੇਰੇ ਤੇ ਆ ਕੇ ਪ੍ਰਭਾਵ ਪਾਵੇ, ਐਵੇਂ ਹੀ ਆ ਕੇ ਕਹੇ ਵੀ ਇਹ ਗੱਲ ਆਪਣੀ ਵਾਪਸ ਲੈ, ਮਰਨਾ ਮਨਜ਼ੂਰ ਹੈ ਪਰ ਗੱਲ ਵਾਪਸ ਨਹੀਂ ਹੋਏਗੀ। ਜਾਂ ਤੇ ਬਾਪੂ ਦੀ ਪੱਗ ਨੂੰ ਦਾਗ ਲਾ ਦਿੱਤਾ ਜਾਏ, ਜਾਂ ਤੇਰੀ ਵਾਹ ਖੱਟ ਲਈ ਜਾਏ। ਆਈ ਇਹ ਦੋ ਗੱਲਾਂ। ਜੋ ਬਾਪੂ ਸੱਚੇ ਪਾਤਸ਼ਾਹ ਨੇ ਕਿਹਾ, ਉਹਦੀ ਕਹੀ ਹੋਈ ਗੱਲ ਨੂੰ ਗਲਤ ਸਾਬਤ ਕਰ ਦਿੱਤਾ ਜਾਏ, ਜਾਂ ਤੈਨੂੰ ਖੁਸ਼ ਕਰ ਦਿੱਤਾ ਜਾਏ। ਜੋ ਸੱਚ ਹੈ ਉਹ ਬਲ ਦੇ ਆਸਰੇ ਤੇ ਹੀ ਕਾਇਮ ਰਹਿੰਦਾ ਹੈ। ਧਿਆਨ ਦੇਣਾ, ਆ ਜਿਹੜੀ ਸ਼ਬਦ ਦੀ ਵਿਚਾਰ ਜਿਹੜੀ ਚੱਲਦੀ ਹੈ ਨਾ, ਇਹ ਵੀ ਅੰਦਰਲੇ ਬਲ ਨਾਲ ਚੱਲਦੀ ਹੈ। ਨਹੀਂ ਤੇ ਦੁਨੀਆ ਬਹੁਤ ਐਸੀ ਹੈ ਜੋ ਗੁਰਮਤ ਵਿਚਾਰਾਂ ਨੂੰ ਲਾਇਕ ਨਹੀਂ ਕਰਦੀ। ਜੋ ਸਿੱਧਾ ਅਸੀਂ ਕੀਰਤਨ ਕਰਦੇ ਹਾਂ ਨਾ, ਉਹਨੂੰ ਸਾਰੇ ਹੀ ਸੁਣ ਲੈਂਦੇ ਨੇ। ਕਿਉਂ? ਕਿਉਂਕਿ 10 ਦੇ ਵਿੱਚੋਂ 8 ਨੂੰ ਸਮਝ ਨਹੀਂ ਆਣੀ, 2 ਨੂੰ ਸਮਝ ਆਉਣੀ ਹੈ, ਉਹ ਸੁਣ ਲੈਂਦੇ ਆ। ਤੇ ਜਿਹੜੀ ਹੁੰਦੀ ਹੈ ਨਾ ਕਥਾ ਵਿਚਾਰ, ਇਹ ਕੱਲੀ ਚੀਜ਼ ਜੇ 10 ਮਿੰਟ ਸੁਣਿਆ ਤੇ 10 ਮਿੰਟ ਸਮਝ ਆਏਗੀ। ਕਿਉਂਕਿ ਮੈਂ ਅੰਗਰੇਜ਼ੀ ਵਿੱਚ ਜਾਂ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਜ਼ਿਆਦਾ ਬੋਲਦਾ, ਪੰਜਾਬੀ ਜੋ ਸਾਡੀ ਆਮ ਭਾਸ਼ਾ ਬੋਲੀ ਹੈ। ਇਸ ਕਰਕੇ ਉਹ ਕੱਲੀ ਗੱਲ ਸਮਝ ਆਉਣੀ ਹੈ। ਉਹਦੇ ਵਿੱਚ ਸਾਡੀਆਂ ਜਿਹੜੀਆਂ ਖੂਬੀਆਂ ਵੀ ਬਾਹਰ ਦਿਸਣੀਆਂ ਨੇ ਤੇ ਕਮੀਆਂ ਵੀ ਬਾਹਰ ਦਿਸਣੀਆਂ ਨੇ। ਜਿਸ ਦੇ ਅੰਦਰ ਖੂਬੀ ਹੋਏਗੀ, ਜੇ ਖੂਬੀ ਵਾਲੀ ਗੱਲ ਉਸਨੇ ਸੁਣ ਲਈ ਤੇ ਉਹ ਖੁਸ਼ ਹੋ ਜਾਏਗਾ। ਜਦੋਂ ਖੂਬੀ ਤੋਂ ਬਾਅਦ ਇਹ ਗੱਲ ਅਸੀਂ ਵਿਚਾਰ ਵਿੱਚ ਲਿਆਉਣੀ ਹੈ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ। ਜਦੋਂ ਇਹਨੂੰ ਖੋਲ੍ਹਣਾ ਹੈ ਨਾ, ਫਿਰ ਜਿਹੜਾ ਹਰਾਮ ਖੋਰ ਹੈ ਉਹਨੂੰ ਦੁੱਖ ਹੋਣਾ। ਮੈਂ ਥੋੜ੍ਹਾ ਕਹਿੰਦਾ ਅਸੰਖ ਚੋਰ ਹਰਾਮ ਖੋਰ, ਉਹ ਕਿੱਦਾਂ? ਜਦੋਂ ਇਹਦੀ ਵਿਆਖਿਆ ਕਰਨੀ ਹੈ ਉਹਨੂੰ ਫਿਰ ਚੰਗਾ ਨਹੀਂ ਲੱਗਣਾ। ਉਹਨੇ ਕਹਿਣਾ ਵੀ ਇਹ ਗੱਲਾਂ ਨੇ, ਇਹ ਚੀਜ਼ ਗਲਤ ਹੈ, ਜਦ ਕਿ ਇਹੀ ਗੱਲ ਸਹੀ ਹੈ। ਜਦ ਕਿ ਇਹੀ ਗੱਲ ਸਹੀ ਹੈ। ਨਿਆਣੇ ਨੂੰ ਸਮਝਾਉਣ ਦੇ ਲਈ ਘੂਰਨਾ ਪੈਂਦਾ। ਧਿਆਨ ਦੇਣਾ, ਨਿਆਣੇ ਨੂੰ ਸਮਝਾਉਣ ਦੇ ਲਈ ਸਖਤਾਈ ਕਰਨੀ ਪੈਂਦੀ ਹੈ। ਕਈ ਵਾਰ ਨਿਆਣੇ ਨੂੰ ਸਮਝਾਉਣ ਦੇ ਲਈ ਚਪੇੜ ਵੀ ਮਾਰਨੀ ਪੈਂਦੀ ਹੈ। ਤੇ ਜਦੋਂ ਅਸੀਂ ਇੱਕ ਵਾਰੀ ਗੱਲ ਸੁਣਨ ਨਾਲ ਸਮਝ ਜਾਈਏ ਤੇ ਚੰਗੀ ਗੱਲ ਹੈ। ਨਹੀਂ ਤੇ ਮਹਾਰਾਜ ਪਤਾ ਕੀ ਕਰਦੇ ਨੇ? ਮਹਾਰਾਜ ਜੀ ਫਿਰ ਚੁੱਕਦੇ ਨੇ ਸੋਟਾ, ਬਾਣੀ ਵਿੱਚ ਲਿਖਿਆ। ਮਹਾਰਾਜ ਜੀ ਵੀ ਫਿਰ ਅੱਖਾਂ ਲਾਲ ਕਰਦੇ ਨੇ, ਘੂਰਦੇ ਨੇ। ਹੁਣ ਕੋਈ ਕਹੇ ਵੀ ਲੈ ਰੱਬ ਥੋੜ੍ਹਾ ਘੂਰਦਾ, ਗੁਰੂ ਤੇ ਬੜਾ ਨਿਮਰਤਾ ਵਾਲਾ, ਗੁਰੂ ਨਹੀਂ ਘੂਰਦਾ। ਗੁਰੂ ਨਹੀਂ ਘੂਰਦਾ। ਕਿਉਂ ਨਹੀਂ ਘੂਰਦਾ? ਪੰਕਤੀ ਸੁਣ ਲਓ, ਕਿਉਂ ਨਹੀਂ ਘੂਰਦਾ? ਘੂਰਦਾ ਕਿਉਂਕਿ ਉਹ ਸਾਡਾ ਪਿਤਾ ਹੈ, ਉਹਦੇ ਕੋਲ ਰਾਈਟ ਹੈ ਸਾਨੂੰ ਘੂਰਨ ਦਾ। ਕਿੱਦਾਂ ਘੂਰਦਾ? ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਮਹਾਰਾਜ ਜੀ ਕਹਿੰਦੇ ਜੇ ਤੈਨੂੰ ਝਿੜਕ ਪੈ ਜਾਏ ਤੇ ਉਹਨੂੰ ਤੂੰ ਗੁੱਸਾ ਨਹੀਂ ਕਰਨਾ, ਮਿੱਠੀ ਸਮਝਣਾ। ਝਿੜਕਦਾ ਨਾ, ਉਹ ਕਾਹਦੇ ਲਈ ਝਿੜਕਦਾ? ਸ਼ੌਂਕ ਦੇ ਨਾਲ ਝਿੜਕਦਾ? ਸਾਡਾ ਦਿਲ ਦਿਖਾਉਣ ਲਈ ਝਿੜਕਦਾ? ਨਹੀਂ, ਸਾਨੂੰ ਸੁਧਾਰਨ ਲਈ ਝਿੜਕਦਾ। ਬਸ ਤੂੰ ਮਾਤ ਪਿਤਾ ਹਮ ਵਰਗ ਤੇਰੇ। ਜਿਵੇਂ ਅਸੀਂ ਆਪਣੇ ਨਿਆਣਿਆਂ ਨੂੰ, ਬੱਚਿਆਂ ਨੂੰ ਝਿੜਕਦੇ ਹਾਂ, ਅਸੀਂ ਕਹਿੰਦੇ ਸਾਡਾ ਰਾਈਟ ਹੈ, ਅਸੀਂ ਤੈਨੂੰ ਝਿੜਕ ਸਕਦੇ ਹਾਂ, ਅਸੀਂ ਤੈਨੂੰ ਮਾਰ ਵੀ ਸਕਦੇ ਹਾਂ। ਅਸੀਂ ਕਹਿੰਦੇ ਹਾਂ ਨਾ ਨਿਆਣਿਆਂ ਨੂੰ, ਅਸੀਂ ਗੁਰੂ ਦੀ ਔਲਾਦ ਹਾਂ, ਅਸੀਂ ਗੁਰੂ ਦੇ ਬੱਚੇ ਹਾਂ। ਤੇ ਸਾਨੂੰ ਨਹੀਂ ਪਤਾ ਵੀ ਸੰਸਾਰ ਵਿੱਚ ਕਿਵੇਂ ਚੱਲਣਾ। ਸਾਨੂੰ ਨਹੀਂ ਖਾਣ ਪੀਣ ਪਹਿਨਣ ਦਾ ਪਤਾ ਵੀ ਕਿਵੇਂ ਪਹਿਨਣਾ, ਖਾਣਾ ਪੀਣਾ, ਕਿਵੇਂ ਬੋਲਣਾ। ਤੇ ਗੁਰੂ ਸਾਨੂੰ ਇਹ ਸਿਖਾਉਂਦੇ ਨੇ। ਗੁਰੂ ਸਾਹਿਬ ਸਾਨੂੰ ਝਿੜਕ ਕੇ ਵੀ ਸਿਖਾਉਂਦੇ ਨੇ, ਪਿਆਰ ਦੇ ਨਾਲ ਵੀ ਸਿਖਾਉਂਦੇ ਨੇ। ਕਿਉਂਕਿ ਹਰ ਬੰਦੇ ਦੀ ਸੋਚ ਤੇ ਸੁਭਾਅ ਅਲੱਗ-ਅਲੱਗ ਹੁੰਦਾ। ਨਿਆਣੇ ਇੱਕੋ ਮਾਂ ਦੇ ਜੰਮੇ ਹੁੰਦੇ ਨੇ, 4-5 ਜਾਂ 2-3 ਕਹਿ ਲਈਏ ਅੱਜ ਦੇ ਜ਼ਮਾਨੇ ਵਿੱਚ 2, ਤੇ ਦੋਨਾਂ ਦਾ ਜਾਂ ਚਾਰਾਂ ਦਾ ਸੁਭਾਅ ਅਲੱਗ-ਅਲੱਗ ਹੁੰਦਾ। ਇੱਕ ਨੂੰ ਤੇ ਇੱਕ ਵਾਰੀ ਕਹਿਣ ਨਾਲ ਸਮਝ ਲੱਗ ਜਾਂਦੀ ਹੈ। ਨਿਆਣੇ ਤੁਸੀਂ ਦੇਖ ਲੈਣਾ, ਇੱਕ ਤੇ ਬੜਾ ਸੌ ਜਿਹਾ ਹੁੰਦਾ, ਉਹਨੂੰ ਵਿਚਾਰੇ ਨੂੰ ਥੋੜ੍ਹਾ ਜਿਹਾ ਕਹੋ ਛੇਤੀ ਸਮਝ ਆਉਂਦਾ, ਦੂਜੇ ਨੂੰ 2 ਵਾਰੀ ਕਹੋ ਤਾਂ ਵੀ ਨਹੀਂ ਸਮਝਦਾ। ਉਹਨੂੰ ਫਿਰ ਕਈ ਵਾਰ ਫੜ ਕੇ ਹਿਲਾਉਣਾ ਪੈਂਦਾ ਵੀ ਤੂੰ ਸੁੱਤਾ, ਤੈਨੂੰ ਪਤਾ ਨਹੀਂ ਲੱਗਿਆ, ਤੈਨੂੰ ਕੀ ਗਿਆ।
ਕਈਆਂ ਨੂੰ ਥੋੜ੍ਹਾ ਜਿਹਾ ਹਿਲਾਉਣਾ ਪੈਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੀ ਮਾਂ ਨੇ ਕੀ ਕਿਹਾ, ਮੇਰੇ ਬਾਪ ਨੇ ਕੀ ਕਿਹਾ, ਮੈਨੂੰ ਕੋਈ ਕੰਮ ਵੀ ਕਿਹਾ। ਉਹਦਾ ਧਿਆਨ ਤੇ ਹੁੰਦਾ ਮੋਬਾਈਲ 'ਚ, ਠੀਕ ਹੈ ਨਾ, ਉਹਦਾ ਧਿਆਨ ਤੇ ਹੁੰਦਾ ਟੈਲੀਵਿਜ਼ਨ 'ਚ। ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਲਾਗਿਓਂ ਕਿਹੜਾ ਲੰਘ ਗਿਆ ਅਤੇ ਮੈਨੂੰ ਘਰ ਦੇ ਵੱਡੇ ਨੇ ਕਿਹੜੀ ਗੱਲ, ਕਿਹੜਾ ਕੰਮ ਗਿਆ, ਉਹਨੂੰ ਨਹੀਂ ਪਤਾ ਲੱਗਦਾ। ਉਹਨੂੰ ਫਿਰ ਕੀ ਕਰਨਾ ਪੈਂਦਾ? ਉਹਨੂੰ ਹਲੂਣਾ ਦੇਣਾ ਪੈਂਦਾ। ਅਤੇ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੋ ਕੇ ਸਿੱਖਿਆ ਨਹੀਂ ਸੁਣਦਾ, ਜਿਹੜਾ ਸਿੱਖ ਹੋ ਕੇ ਬਾਣੀ ਨਹੀਂ ਸੁਣਦਾ, ਅਤੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਵੀ ਫਿਰ ਮੈਨੂੰ ਹਲੂਣਾ ਦੇਣਾ ਪੈਂਦਾ, ਉਹਨੂੰ ਵੀ ਫਿਰ ਮੈਨੂੰ ਝਿੜਕਣਾ ਪੈਂਦਾ, ਉਹਨੂੰ ਵੀ ਫਿਰ ਮੈਨੂੰ ਡਾਂਟਣਾ ਪੈਂਦਾ। ਕਿਉਂ? ਉਹਨੂੰ ਸਹੀ ਰਸਤੇ 'ਤੇ ਲਿਆਉਣ ਦੇ ਲਈ। ਬਹੁਤ ਜ਼ਰੂਰੀ ਹੈ। ਦੁਨੀਆ ਦੀ ਜਿਹੜੀ ਵੀ ਚੀਜ਼ ਸਹੀ ਰਸਤੇ 'ਤੇ ਹੈ ਨਾ, ਉਹਦੇ ਪਿੱਛੇ ਜਿਹੜਾ ਬਹੁਤ ਵੱਡਾ ਗਿਆਨ ਹੈ, ਬਹੁਤ ਵੱਡੀ ਮੁਸ਼ੱਕਤ ਅਤੇ ਮਿਹਨਤ ਹੈ, ਅਤੇ ਬਹੁਤ ਜ਼ਿਆਦਾ ਤਜਰਬਾ ਹੈ। ਧਿਆਨ ਦੇਣਾ, ਜਹਾਜ਼ ਸਿੱਧਾ ਚੱਲਦਾ, ਇੱਕ ਦੂਜੇ ਵਿੱਚ ਟਕਰਾਉਂਦਾ ਨਹੀਂ, ਉਹਦੇ ਪਿੱਛੇ ਮਿਹਨਤ ਪਤਾ ਕਿੰਨੀ ਹੈ। ਉਹ ਜਿਨ੍ਹਾਂ ਨੇ ਖੋਜ ਕੀਤੀ ਹੈ ਉਹ ਐਵੇਂ ਥੋੜ੍ਹਾ ਉੱਡੀ ਫਿਰਦੇ ਨੇ ਆਕਾਸ਼ ਵਿੱਚ, ਜਹਾਜ਼ ਸੜਕਾਂ ਬਣੀਆਂ ਉੱਥੇ, ਪਰ ਨਹੀਂ ਇੱਕ ਦੂਜੇ ਵਿੱਚ ਟਕਰਾਉਂਦਾ। ਕਿਉਂ? ਕਿਉਂਕਿ ਜਿਸ ਨੇ ਉਸ ਜਹਾਜ਼ ਨੂੰ ਉੱਪਰ ਚਾੜ੍ਹਿਆ ਨਾ, ਜਿਸ ਦਿਮਾਗ ਨੇ, ਉਸਨੇ ਮਿਹਨਤ ਬੜੀ, ਉਸਨੇ ਆਪਣੇ ਦਿਮਾਗ ਦਾ ਬਲ ਵਰਤਿਆ, ਦਿਮਾਗ ਦੀ ਮਿਹਨਤ ਲਾਈ ਹੈ ਉਹਦੇ 'ਤੇ। ਅਤੇ ਕੋਈ ਵੀ ਚੀਜ਼ ਜਿਹੜੀ ਹੈ ਬਲ ਤੋਂ ਬਿਨਾਂ, ਦਿਮਾਗ ਤੋਂ ਬਿਨਾਂ, ਰੱਬ ਵੀ ਦਿਮਾਗ ਤੋਂ ਬਿਨਾਂ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਉਹ ਵੀ ਸੂਝ ਬੂਝ ਅਕਲ ਜਾਂ ਬਲ ਤੋਂ ਬਿਨਾਂ ਨਹੀਂ ਸਮਝ ਆਉਂਦਾ। ਇਸ ਕਰਕੇ ਵਿਚਾਰ ਦੀ ਰਮਤਾ ਹੋਈ ਹੈ ਬਲ। ਸੋ ਸਾਡੇ ਵਿੱਚ ਜੇ ਬਲ ਤਾਕਤ ਹੈ ਅਤੇ ਇਸ ਨੂੰ ਅਸੀਂ ਚੰਗੇ ਪਾਸੇ ਲਾ ਦਈਏ। ਧਿਆਨ ਦੇਣਾ, ਬਲ ਵਧਾਉਣ ਦੇ ਲਈ ਤੇ ਯਤਨ ਬਹੁਤ ਕਰਦੇ ਹਾਂ ਅਸੀਂ ਸਾਰੇ। ਅਸੀਂ ਬਲ ਨੂੰ ਵਧਾਉਣ ਦੇ ਲਈ ਅਸੀਂ ਟੌਨਿਕ ਪੀਂਦੇ ਹਾਂ, ਤਾਕਤ ਦੀਆਂ ਗੋਲੀਆਂ ਖਾਂਦੇ ਹਾਂ, ਕੈਲਸ਼ੀਅਮ ਲੈਂਦੇ ਹਾਂ, ਪ੍ਰੋਟੀਨ ਲੈਂਦੇ ਹਾਂ, ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੇਵਨ ਕਰਦੇ ਹਾਂ, ਇੰਜੈਕਸ਼ਨ ਲਗਾਉਂਦੇ ਹਾਂ ਬਲ, ਤਾਕਤ ਦੇ ਲਈ। ਅਤੇ ਉਸ ਤਾਕਤ ਨੂੰ ਖਰਚ ਕਰਨ ਦੇ ਲਈ ਇਹ ਵੀ ਦਿਮਾਗ ਚਾਹੀਦਾ, ਦਿਮਾਗ ਚਾਹੀਦਾ। ਇਹ ਨਾ ਹੋਵੇ ਵੀ ਆਪਣੀ ਜ਼ਿਆਦੀ ਐਨਰਜੀ ਅਤੇ ਆਪਣੀ ਜ਼ਿਆਦੀ ਤਾਕਤ ਬੰਦਾ ਬੋਲ ਬੋਲ ਕੇ ਹੀ ਗਵਾ ਦੇਵੇ। ਧਿਆਨ ਦੇਣਾ, ਅੱਜ ਕੱਲ੍ਹ ਲੋਕਾਂ ਦੇ ਸਰੀਰ ਬੜੇ ਕਮਜ਼ੋਰ ਨੇ, ਉਹ ਦਵਾਈਆਂ ਖਾਂਦੇ ਨੇ ਜ਼ਿਆਦਾ, 90% ਤੋਂ ਉੱਪਰ ਕਹਿੰਦਾ ਉਹਨਾਂ ਨੂੰ। ਅਤੇ ਉਹ ਜੇ ਉਹਨਾਂ ਨੇ ਤਾਕਤ ਪ੍ਰਾਪਤ ਕਰ ਲਈ, ਗੋਲੀਆਂ ਖਾ ਲਈਆਂ, ਅਤੇ ਵੇ ਘਰ ਦੇ ਵਿੱਚ ਜਿਉਂ ਬੋਲਣਾ ਸ਼ੁਰੂ ਕੀਤਾ, ਅੰਦਰ ਬਾਹਰ ਜਿਉਂ ਬੋਲਣਾ ਸ਼ੁਰੂ ਕੀਤਾ, ਉਹ ਜਿੰਨੀ ਪ੍ਰਾਪਤ ਤਾਕਤ ਜਾਂ ਬਲ ਜਾਂ ਐਨਰਜੀ ਸੀ ਉਹ ਖਤਮ ਹੋ ਗਈ। ਬਲ ਖਤਮ ਹੁੰਦਾ, ਤੁਸੀਂ ਯਾਦ ਰੱਖਣਾ। ਬਚਪਨ ਦੇ ਵਿੱਚ ਜਿਹੜਾ ਬਲ ਹੁੰਦਾ ਹੈ ਉਹ ਜੋਬਨ ਦੇ ਵਿੱਚ ਹੋਰ ਤਰ੍ਹਾਂ ਦਾ ਹੁੰਦਾ ਹੈ। ਜਿਹੜਾ ਜੋਬਨ ਦੇ ਵਿੱਚ ਹੁੰਦਾ ਹੈ ਨਾ 20 ਤੋਂ 30 ਸਾਲ ਦੇ ਵਿੱਚ, ਉਹ ਫਿਰ 30 ਤੋਂ 40-50 ਸਾਲ ਵਾਲਾ ਬਲ ਹੋਰ ਹੁੰਦਾ। ਜਦੋਂ 50 ਤੋਂ ਅੱਗੇ 70 ਤੱਕ ਦਾ ਬਲ ਜਿਹੜਾ ਉਹ ਹੋਰ ਹੁੰਦਾ, ਅਤੇ ਜਿਹੜਾ 70 ਤੋਂ 80, 90 ਜਾਂ 100 ਸਾਲ ਵਾਲਾ ਬਲ ਉਹ ਹੋਰ ਹੁੰਦਾ। ਬਾਣੀ ਵਿੱਚ ਸਭ ਕੁਝ ਲਿਖਿਆ। ਇਸ ਕਰਕੇ ਬਾਣੀ ਦੇ ਵਿੱਚ ਸਾਨੂੰ ਆਪਣੇ ਬਲ ਨੂੰ, ਦਿਮਾਗ ਦੀ ਤਾਕਤ ਨੂੰ, ਸਰੀਰ ਦੀ ਤਾਕਤ ਨੂੰ, ਵਿਚਾਰ ਜਾਂ ਸੋਚ ਦੀ ਤਾਕਤ, ਬਲ ਨੂੰ ਚੰਗੇ ਪਾਸੇ ਲਾਉਣ ਦੇ ਲਈ ਆਖਿਆ। ਸੋ ਇਸ ਵੇਲੇ ਸਾਡੇ ਦਿਮਾਗ ਦੀ ਤਾਕਤ ਪੂਰੀ ਸਹੀ ਹੈ, ਸੋ ਇਸ ਨੂੰ ਅਸੀਂ ਗੁਰੂ ਵੱਲ ਲਾ ਲੈਂਦੇ ਹਾਂ। ਸੋ ਸਾਡੇ ਹੱਥ ਪੈਰ ਚੱਲ ਰਹੇ ਨੇ, ਇਹਦੇ ਨਾਲ ਕੁਝ ਸੇਵਾ ਕਰ ਸਕਦੇ ਹਾਂ। ਠੀਕ ਹੈ ਜੀ। ਸਾਡੇ ਕੋਲ ਇਹ ਧਨ ਦਾ ਵੀ ਬਲ ਹੈ, ਪੈਸੇ ਦਾ ਵੀ ਬਲ ਹੈ। ਪੈਸੇ ਦੇ ਨਾਲ ਅਸੀਂ ਕਰਮ ਕਮਾ ਸਕਦੇ ਹਾਂ, ਪੁੰਨ ਕਰਕੇ, ਦਾਨ ਕਰਕੇ। ਜੇ ਹੈ, ਜਿਹਦੇ ਕੋਲ ਨਹੀਂ ਉਹਦੇ ਕੋਲ ਨਹੀਂ, ਉਹਦੀ ਅਲੱਗ ਗੱਲ ਹੈ। ਜਿਹਦੇ ਕੋਲ ਹੈ ਉਹ ਇਸ ਬਲ ਦੇ ਨਾਲ ਆਪਣੀ ਜਿਹੜੀ ਹੈ ਜ਼ਿੰਦਗੀ ਹੈ, ਉਹ ਜ਼ਿੰਦਗੀ ਦੀ ਯਾਤਰਾ ਨੂੰ ਬਹੁਤ ਵਧੀਆ ਬਣਾ ਸਕਦਾ, ਚੰਗੇ ਪਾਸੇ ਆਪਣੇ ਧਨ ਦੇ ਬਲ ਨੂੰ ਲਾ ਕੇ ਅਤੇ ਮਨ ਦੇ ਬਲ ਨੂੰ ਲਾ ਕੇ ਵੀ ਬੰਦਾ ਮਨੁੱਖ ਬਣ ਜਾਂਦਾ ਜਾਂ ਬਣ ਸਕਦਾ। ਇਹ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦੇ ਕੇ ਸਮਝਾ ਰਹੇ ਹਨ। ਆਓ ਗੁਰਬਾਣੀ ਦਾ ਜੋ ਲੜੀਵਾਰ ਸ਼ਬਦ ਹੈ ਉਹਦੇ ਵਿੱਚ ਮਹਾਰਾਜ ਜੀ ਦੇ ਕੋਲੋਂ
ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਾਨੂੰ ਕੀ ਦੱਸ ਰਹੇ ਨੇ। ਅੱਜ ਦੇ ਸ਼ਬਦ ਦਾ ਜਿਹੜਾ ਵਿਸ਼ਾ ਹੈ ਉਹ ਹੈ ਮਾਇਆ। ਸੋ ਜਿਹੜਾ ਮੈਂ ਬਲ ਪਹਿਲਾਂ ਬਲ ਦੀ ਵਿਚਾਰ ਕੀਤੀ ਹੈ, ਉਹ ਬਲ ਜਿਹੜਾ ਹੈ ਉਹ ਮਾਇਆ ਉਸ ਬਲ ਨੂੰ ਕਮਜ਼ੋਰ ਕਰਦੀ ਹੈ। ਕਿਵੇਂ ਕਰਦੀ ਹੈ ਅਤੇ ਇਹਦੇ ਵਿੱਚੋਂ ਕਿਵੇਂ ਬੰਦਾ ਬਾਹਰ ਨਿਕਲਦਾ ਹੈ, ਕਿਵੇਂ ਬਲਵਾਨ ਬਣਿਆ ਰਹਿੰਦਾ ਹੈ, ਉਹ ਲੜੀਵਾਰ ਸ਼ਬਦ ਜਿਹੜਾ ਆਰੰਭ ਕਰਦੇ ਹਾਂ। ਆਸਾ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਫਰਮਾਨ ਹੈ ਰਾਗ ਆਸਾ ਦੇ ਵਿੱਚ, ਕਹਿੰਦੇ ਮਤਾ ਕਰੋ ਸੋ ਪੱਕਣ ਨਾ ਦੇਈ। ਕੋਈ ਵੀ ਬੰਦੇ ਨੇ ਕੰਮ ਕਰਨਾ ਹੋਵੇ ਵੱਡਾ, ਉਹਦੇ ਲਈ ਪਲਾਨ ਕੀਤਾ ਜਾਂਦਾ, ਮਤਾ ਬਣਾਇਆ ਜਾਂਦਾ, ਮਤਾ ਪਕਾਇਆ ਜਾਂਦਾ ਜਾਂ ਸਲਾਹ ਕੀਤੀ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਸੱਚ ਦੇ ਰਾਹ 'ਤੇ ਤੁਰਨ ਦੇ ਲਈ, ਜਾਂ ਅਸੀਂ ਸੱਚ ਦੇ ਰਾਹ 'ਤੇ ਤੁਰਨ ਦੇ ਲਈ ਜਿਹੜੀ ਵੀ ਸਲਾਹ ਮਨ ਕਰਦਾ, ਮਤਾ ਪਾਉਂਦਾ ਜਾਂ ਮਤਾ ਕਰਦਾ ਹੈ, ਉਹ ਮਾਇਆ ਉਸ ਮਤੇ ਨੂੰ ਪਾਸ ਨਹੀਂ ਹੋਣ ਦਿੰਦੀ, ਸਿਰੇ ਨਹੀਂ ਚੜ੍ਹਨ ਦਿੰਦੀ, ਉਹ ਮਤੇ ਨੂੰ ਪੱਕਾ ਨਹੀਂ ਹੋਣ ਦਿੰਦੀ। ਜਿੰਝ ਕਹਿ ਸਕਦੇ ਹਾਂ ਮੇਰਾ ਮਨ ਚੰਗੀ ਸਲਾਹ ਕਰਦਾ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਾਮ ਨੂੰ ਕਹਿੰਦਾ ਵੀ ਕੱਲ੍ਹ ਤੋਂ ਅਸੀਂ ਗੁਰਦੁਆਰੇ ਜਾਇਆ ਕਰਨਾ। ਮਤਾ ਮਨ ਨੇ ਕੀਤਾ, ਮਤਾ ਜਾਂ ਸਲਾਹ। ਕੱਲ੍ਹ ਤੋਂ ਮੈਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਨਾ, ਇਹ ਮਨ ਨੇ ਮਤਾ ਕੀਤਾ। ਜਾਂ ਕਹਿੰਦਾ ਕੱਲ੍ਹ ਮੈਂ ਸਵੇਰ ਤੋਂ 4 ਵਜੇ ਉੱਠਣਾ ਹੀ ਉੱਠਣਾ। ਕਈ ਵਾਰ ਇੱਦਾਂ ਹੁੰਦਾ ਨਾ ਵੀ ਮਨ ਇੱਕ ਰਾਤ ਪਹਿਲਾਂ ਸਲਾਹ ਦਿੰਦਾ ਜਾਂ ਸਲਾਹ ਕਰਦਾ ਵੀ ਅੱਜ ਮੈਂ ਇੰਨੇ ਵਜੇ ਉੱਠ ਕੇ ਆਹ ਕਰਨਾ, ਉਹ ਕਰਨਾ, ਇੰਨੇ ਵਜੇ ਉੱਠ ਕੇ ਇਸ਼ਨਾਨ ਕਰ ਲੈਣਾ, ਫਿਰ ਸ਼ਹਿਰ 'ਤੇ ਚਲੇ ਜਾਣਾ, ਫਿਰ ਬਾਣੀ ਪੜ੍ਹ ਲੈਣੀ, ਫਿਰ ਮੱਥਾ ਵੀ ਰਾਹ 'ਚ ਟੇਕ ਆਵਾਂਗੇ। ਇਹ ਸਲਾਹ ਕਰਦਾ ਨਾ ਮਤਾ। ਪਰ ਮਹਾਰਾਜ ਜੀ ਕਹਿੰਦੇ ਉਹ ਜਿਹੜੀ ਸਵੇਰ ਆਉਂਦੀ ਹੈ ਨਾ, ਜਦੋਂ ਇਹ ਕੰਮ ਕਰਨਾ ਹੁੰਦਾ ਹੈ, ਇਹਦਾ ਮਤਾ ਕਰੋ ਸੋ ਪੱਕਣ ਨਾ ਦੇਈ। ਪੱਕਣ ਮਤਲਬ ਸਿਰੇ ਨਹੀਂ ਚੜ੍ਹਨ ਦਿੰਦੀ ਮਾਇਆ। ਮਾਇਆ ਮਮਤਾ ਹੈ ਬਹੁ ਰੰਗੀ, ਬਿਨ ਆਵੇ ਕੋ ਸਾਧਨਾ ਸੰਗੀ। ਮਾਇਆ ਨੀਂਦ ਦੇ ਰੂਪ ਦੇ ਵਿੱਚ, ਮਾਇਆ ਦਲਿੱਦਰ ਦੇ ਰੂਪ ਦੇ ਵਿੱਚ, ਮਾਇਆ ਆਲਸ ਦੇ ਰੂਪ ਦੇ ਵਿੱਚ ਇਸ ਨੂੰ ਉਦਮ ਨਹੀਂ ਕਰਨ ਦਿੰਦੀ, ਇਹਨੂੰ ਉੱਠਣ ਹੀ ਨਹੀਂ ਦਿੰਦੀ। ਅਤੇ ਇਹਨੇ ਕੀ ਨਹਾਉਣਾ, ਕੀ ਧੋਣਾ, ਕੀ ਸੈਰ ਕਰਨੀ, ਕੀ ਇਹਨੇ ਬਾਣੀ ਪੜ੍ਹਨੀ, ਕੀ ਇਹਨੇ ਗੁਰੂ ਘਰ ਜਾਣਾ, ਅਤੇ ਕੀ ਇਹਨੇ ਘਰ ਦਾ ਸਵਾਰਨਾ, ਕੁਝ ਵੀ ਨਹੀਂ ਹੋਇਆ। ਕਿਉਂ? ਮਹਾਰਾਜ ਜੀ ਕਹਿੰਦੇ ਮਤਾ ਕਰੋ ਸੋ ਪੱਕਣ ਨਾ ਦੇਈ। ਇਹ ਇੰਨੀ ਖਰਾਬ ਹੈ ਮਾਇਆ, ਚੰਗੀ ਵਧੀਆ ਸਲਾਹ ਨੂੰ ਨਾ ਇਹ ਬਿਲਕੁਲ ਕੈਂਸਲ ਕਰ ਦਿੰਦੀ ਹੈ ਮਾਇਆ। ਅਵੇਸਲਾਪਨ, ਨਿੰਦਰਾ, ਇਹ ਮਾਇਆ ਹੀ ਹੈ। ਸ਼ਾਮ ਸੁੰਦਰਤਾ 'ਚ ਨੀਂਦ ਕਿਉਂ ਆਈ, ਇਹ ਮਾਇਆ ਹੀ ਹੈ। ਇਹ ਮਹਾਰਾਜ ਜੀ ਕਹਿੰਦੇ ਸਾਡੇ ਮਤੇ ਨੂੰ ਨਾ ਸਿਰੇ ਨਹੀਂ ਚੜ੍ਹਨ ਦਿੰਦੀ, ਸਾਡੀ ਸਲਾਹ ਨੂੰ ਨਾ, ਸਾਡੇ ਫੈਸਲੇ ਨੂੰ ਨਾ ਸਿਰੇ ਨਹੀਂ ਚੜ੍ਹਨ ਦਿੰਦੀ। ਇੱਦਾਂ ਦੀ ਮਨ ਦੀ ਮਾਇਆ। ਸੀਲ ਸੰਜਮ ਕੈ ਨਿਕਟ ਖਲੋਈ। ਮਹਾਰਾਜ ਜੀ ਕਹਿੰਦੇ ਸੀਲ ਸੰਜਮ ਮਤਲਬ, ਸੀਲ ਦਾ ਮਤਲਬ ਬਹੁਤ ਹੀ ਪਿਆਰਾ ਅਤੇ ਮਿੱਠਾ ਸੁਭਾਅ। ਸੰਜਮ ਦਾ ਮਤਲਬ ਕਿਸੇ ਚੀਜ਼ ਤੋਂ ਕਿਨਾਰਾ ਜਾਂ ਉਹਦੇ ਤੋਂ ਵੱਖ ਰਹਿਣਾ, ਉਹਦੇ ਵਿੱਚ ਪਰਹੇਜ਼ ਰੱਖਣਾ। ਸੀਲ ਸੰਜਮ ਕੇ ਨਿਕਟ ਖਲੋਈ। ਇਹ ਜਿਹੜੇ ਮੇਰੇ ਵਿੱਚ ਗੁਣ ਨੇ ਨਾ ਸੀਲ ਸੰਜਮ ਵਾਲੇ, ਇਹਦੇ ਨੇੜੇ ਖਲੋਤੀ ਰਹਿੰਦੀ। ਧਿਆਨ ਦੇਣਾ, ਜਿਹੜਾ ਭੁੱਖਾ ਬੰਦਾ ਉਹ ਹਮੇਸ਼ਾ ਖਾਣ ਵਾਲੀ ਚੀਜ਼ ਵੱਲ ਹੀ ਦੇਖਦਾ ਰਹਿੰਦਾ। ਤੁਸੀਂ ਧਿਆਨ ਦੇਣਾ, ਕੋਈ ਭੁੱਖਾ ਬੰਦਾ ਹੋਵੇ ਅਤੇ ਭੁੱਖੇ ਨੂੰ ਗਿਣਤੀ ਪੁੱਛੀ ਜਾਵੇ 2 ਤੇ 2 ਕਿੰਨਾ ਹੁੰਦਾ, ਉਹ ਕਹਿੰਦਾ 4 ਰੋਟੀਆਂ, ਕਿਉਂਕਿ ਉਹਨੂੰ ਭੁੱਖ ਲੱਗੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੀ ਮਾਇਆ ਹੈ ਨਾ, ਸਾਨੂੰ ਚੰਗੇ ਭਲੇ ਅਸੀਂ ਇੱਥੇ ਬੈਠੇ ਹਾਂ ਨਾ, ਚੰਗੇ ਭਲੇ ਬੈਠੇ ਹਾਂ, ਕੀਰਤਨ ਕਥਾ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ ਇਹਨੇ ਨਾ ਅੰਦਰੋਂ ਹੀ ਕੋਈ ਫੁਰਨਾ ਬਣਾ ਕੇ ਆ ਜਾਣਾ। ਮਾਇਆ ਨੇ ਚੰਗੇ ਭਲੇ ਬੈਠਿਆਂ ਤੇ ਐਸਾ ਫੁਰਨਾ ਬਣਾ ਲੈਣਾ ਵੀ ਕੱਲ੍ਹ ਫਲਾਨਾ ਕੰਮ ਵਿੱਚ ਘਰ ਹੀ ਰਹਿ ਗਿਆ, ਅਸੀਂ ਛੇਤੀ ਛੇਤੀ ਜਾਵਾਂ ਘਰ ਨੂੰ, ਉਹ ਕਰਨਾ। ਆ ਗਈ ਮਾਇਆ ਫੁਰਨੇ ਦੇ ਰੂਪ ਦੇ ਵਿੱਚ। ਮੇਰੇ ਵੀ ਆ ਸਕਦੀ, ਤੁਹਾਡੇ ਵੀ। ਆਹ ਜਿਹੜਾ ਕੰਮ ਹੈ ਮੈਂ ਛੇਤੀ ਛੇਤੀ ਕਰ ਲਵਾਂ, ਉੱਥੇ ਛੇਤੀ ਛੇਤੀ ਪਹੁੰਚ ਜਾਵਾਂ, ਮੈਂ ਛੇਤੀ ਛੇਤੀ ਘਰ ਜਾ ਕੇ ਤਿਆਰੀ ਕਰ ਲਵਾਂ ਕਿਉਂਕਿ ਉੱਥੇ ਜਾਣਾ। ਇਹ ਫੁਰਨੇ ਦੇ ਰੂਪ ਵਿੱਚ ਮਾਇਆ ਆ ਗਈ। ਜਾਂ ਅੱਧਾ ਕੰਮ ਵਿੱਚ ਬੰਦਾ ਛੱਡ ਕੇ ਆਇਆ, ਮੈਂ ਛੇਤੀ ਛੇਤੀ ਜਾ ਕੇ ਉਹਨੂੰ ਪੂਰਾ ਕਰ ਲਵਾਂ,
ਇਹ ਫੁਰਨਾ ਕੀ ਆਇਆ? ਮਾਇਆ ਦੇ ਰੂਪ ਦੇ ਵਿੱਚ। ਮਹਾਰਾਜ ਜੀ ਕਹਿੰਦੇ ਸੀਲ ਸੰਜਮ ਕੈ ਨਿਕਟ ਖਲੋਈ। ਮਿੱਠਾ ਬੋਲਣ ਦਾ ਯਤਨ ਕੀਤਾ, ਚੰਗੇ ਭਲੇ ਨੂੰ ਇਹਨੇ ਕੁੜੱਤਣ ਦੇ ਦਿੱਤੀ। ਚੰਗੇ ਭਲੇ ਦਾ ਬੰਦਾ ਚੰਗਾ ਭਲਾ ਹੱਸ ਕੇ ਬੋਲਦਾ ਹੁੰਦਾ, ਕੋਈ ਐਸੀ ਮਾਇਆ ਪ੍ਰਭਾਵ ਪਾਉਂਦੀ ਹੈ ਜਿਹੜਾ ਹੱਸ ਕੇ ਗੱਲਾਂ ਕਰਦਾ ਕਰਦਾ ਉਹ ਕਹਿੰਦੇ ਯਾਰ ਤੁਸੀਂ ਹੁਣੇ ਦੇ ਹੱਸਦੇ ਪਏ ਸੀ ਤੇ ਲੜਾਈ ਕਾਹਦੀ ਕਰ ਲਈ? ਇੱਦਾਂ ਹੀ ਹੁੰਦਾ ਨਾ, ਇੰਨੇ ਹੱਸਦੇ ਪਏ ਸੀ ਤੁਸੀਂ 2-4 ਮਿੰਟ ਪਹਿਲਾਂ, ਹੁਣ ਕੀ ਹੋ ਗਿਆ? ਮਹਾਰਾਜ ਜੀ ਕਹਿੰਦੇ ਆ ਗਈ ਉਹ ਆ ਗਈ। ਤੁਹਾਨੂੰ ਉਹਨੇ ਇਕੱਠੇ ਰਹਿਣ ਨਹੀਂ ਦਿੱਤਾ, ਤੁਹਾਨੂੰ ਉਸਨੇ ਇਤਫਾਕ ਪ੍ਰਾਪਤ ਕਰ ਨਹੀਂ ਦਿੱਤਾ, ਕਿਉਂਕਿ ਲਾਗੇ ਲਾਗੇ ਰਹਿੰਦੀ ਆ ਅਟੈਕ ਕਰਨ ਦੇ ਲਈ। ਤੂੰ ਮਿੱਠੇ ਵਚਨ ਬੋਲਣ ਲੱਗਾ, ਉਹ ਬੜੀ ਉਹਨੂੰ ਤਕਲੀਫ ਹੁੰਦੀ ਹੈ ਵੀ ਮਿੱਠਾ ਕਿਉਂ ਬੋਲਦਾ ਹੈ। ਮਾਇਆ ਕਹਿੰਦੀ ਇਹਨੂੰ ਮੈਂ ਕੌੜਾ ਬੋਲਣ 'ਤੇ ਲਾਉਣਾ। ਇਹ ਪਿਆਰ ਨਾਲ ਘਰ ਦੇ ਵਿੱਚ ਰਹਿੰਦਾ ਕਿਉਂ? ਸਾਰਿਆਂ ਨਾਲ ਪਿਆਰ ਨਾਲ ਵਰਤਦਾ ਕਿਉਂ ਆ? ਇਹਦੇ ਦਿਮਾਗ ਦੇ ਵਿੱਚ ਉਹ ਜਿਹੜਾ ਈਰਖਾ ਦਾ ਕੀੜਾ ਮਾਇਆ ਨੇ ਵਾੜਨਾ ਹੀ ਵਾੜਨਾ ਹੈ। ਜਿਹੜੇ ਬੰਦੇ ਨੂੰ ਬਹੁਤ ਪਿਆਰ ਕਰਦਾ ਉਹਦੇ ਨਾਲ ਹੀ ਇਹ ਦੁਸ਼ਮਣੀ ਕਰਨ ਲੱਗ ਪੈਂਦਾ। ਇਹ ਕੀ ਹੈ? ਇਹਨੂੰ ਕਹਿੰਦੇ ਮਾਇਆ। ਜਿਹੜੇ ਬੰਦੇ ਦਾ ਬੜਾ ਹੀ ਸਤਿਕਾਰ ਕਰਦਾ ਉਹਦੀ ਬੇਇੱਜ਼ਤੀ ਕਰਨ ਨੂੰ 1 ਸਕਿੰਟ ਨਹੀਂ ਲਾਉਂਦਾ, ਇਹਨੂੰ ਕੀ ਕਹਿੰਦੇ ਨੇ? ਮਾਇਆ। ਜਿਹਨੂੰ ਕਹਿੰਦਾ ਤੂੰ ਮੇਰੀਆਂ ਬਾਹਾਂ ਵਾ, ਤੂੰ ਮੇਰੀ ਜਾਨ ਹੈ, ਤੇਰੇ ਤੋਂ ਬਗੈਰ ਤੇ ਮੈਨੂੰ ਹੋਰ ਹੈ ਹੀ ਕੋਈ ਨਹੀਂ, ਉਹਨੂੰ ਉਹਦਾ ਦਿਲ ਦਿਖਾਉਣ ਨੂੰ ਇਹ ਮਿੰਟ ਸਕਿੰਟ ਨਹੀਂ ਲਾਉਂਦਾ। ਇਹ ਕੀ ਹੈ? ਮਾਇਆ। ਸੋ ਮਹਾਰਾਜ ਜੀ ਕਹਿੰਦੇ ਨੇੜੇ ਖੜੀ ਰਹਿੰਦੀ ਹੈ ਵੀ ਬਸ ਬਚਦਾ ਉਹ ਹੈ ਜਿਸ ਕੋਲ ਗਿਆਨ ਦਾ ਦੀਵਾ ਹੈ। ਬਸ ਜਿਸ ਕੋਲ ਗਿਆਨ ਦਾ ਡੰਡਾ ਹੈ ਉਹ ਬਚਦਾ, ਨਹੀਂ ਤੇ ਇਹ ਰਫੜ ਪਾ ਕੇ ਰੱਖਦੀ ਮਾਇਆ। ਲੜਾਈਆਂ ਕਰਾਉਂਦੀ ਹੈ, ਝਗੜੇ ਕਰਾਉਂਦੀ ਹੈ, ਜੇਲਾਂ ਦਿਖਾਉਂਦੀ ਹੈ, ਪਤਾ ਨਹੀਂ ਕਿੱਥੇ ਕਿੱਥੇ ਲੈ ਜਾਂਦੀ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਇਹਦੇ ਤੋਂ ਬਚਾਉਣ ਦਾ ਕੇਵਲ ਗੁਰੂ ਹੈ। ਬੜੀਆਂ ਪਿਆਰੀਆਂ ਪੰਕਤੀਆਂ। ਕਹਿੰਦੇ ਵੇਸ਼ ਕਰੇ ਬਹੁ ਰੂਪ ਦਿਖਾਵੇ, ਵੇਸ਼ ਕਰੇ ਬਹੁ ਰੂਪ ਦਿਖਾਵੇ। ਇਹ ਕਈ ਤਰ੍ਹਾਂ ਦੇ ਵੇਸ਼ ਕਰਦੀ ਹੈ। ਸਭ ਤੋਂ ਵੱਡੀ ਗੱਲ ਦੱਸੀਏ, ਇਹ ਪੁੱਤਰ ਦੇ ਰੂਪ ਦੇ ਵਿੱਚ, ਧੀ ਦੇ ਰੂਪ ਦੇ ਵਿੱਚ, ਭਰਾ ਭੈਣ ਦੇ ਰੂਪ ਦੇ ਵਿੱਚ, ਮਾਂ ਬਾਪ ਦੇ ਰੂਪ ਦੇ ਵਿੱਚ ਵੀ ਆ ਜਾਂਦੀ ਹੈ। ਇਹ ਨਾ ਸਮਝਣਾ ਕਿ ਇਹਦੇ ਪਰਿਵਾਰ ਤੋਂ ਬਾਹਰੋਂ ਆਉਂਦੀ ਹੈ। ਪਰਿਵਾਰ ਦੇ ਜੀਅ ਹੁੰਦੇ ਨੇ ਜਿਹੜੇ ਫਸਦੇ ਨੇ, ਲੜਦੇ ਨੇ ਆਪਸ ਵਿੱਚ, ਠੀਕ ਹੈ ਜੀ, ਰਾਈਟ। ਇਸ ਕਰਕੇ ਇਹ ਮਾਇਆ ਕੇਵਲ ਘਰ ਤੋਂ ਬਾਹਰ ਥੋੜ੍ਹਾ ਰਹਿੰਦੀ ਹੈ, ਇਹ ਘਰ ਦੇ ਸਾਰੇ ਪਰਿਵਾਰ ਦੇ ਜੀਆਂ ਦੇ ਵਿੱਚ ਆਉਂਦੀ ਹੈ। ਵੇਸ਼ ਕਰੇ ਬਹੁ ਰੂਪ ਦਿਖਾਵੇ। ਇਹ ਕਈ ਤਰ੍ਹਾਂ ਦੇ ਵੇਸ਼ ਧਾਰਨ ਕਰਦੀ ਹੈ ਤੇ ਕਈ ਤਰ੍ਹਾਂ ਦੇ ਰੂਪ ਦਿਖਾਉਂਦੀ ਹੈ, ਬਹੁਤ ਭੈੜੇ ਰੂਪ ਦਿਖਾਉਂਦੀ ਹੈ। ਇਹ ਮਾਇਆ ਬਹੁਤ ਭੈੜੇ ਰੂਪ ਦਿਖਾਉਂਦੀ ਹੈ। ਗ੍ਰਹਿ ਬਸਨ ਨਾ ਦੇਈ। ਗ੍ਰਹਿ ਦਾ ਮਤਲਬ ਹੁੰਦਾ ਘਰ। ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਪਰਵਾਵੇ। ਦੋਨੇ ਘਰ, ਜਿੱਥੇ ਅਸੀਂ ਛੱਤ ਹੇਠਾਂ ਰਹਿੰਦੇ ਹਾਂ ਉਹ ਘਰ, ਤੇ ਇੱਕ ਹਿਰਦੇ ਰੂਪੀ ਘਰ, ਠੀਕ ਹੈ। ਅੰਦਰ ਇਹ ਸਾਨੂੰ ਵਾਸ਼ਨਾਵਾਂ ਵਿਕਾਰਾਂ ਦੇ ਰੂਪ ਦੇ ਵਿੱਚ ਘਰ ਨੂੰ ਖਰਾਬ ਕਰਦੀ ਹੈ, ਤੇ ਬਾਹਰ ਵੀ ਚੀਜ਼ਾਂ ਉਹੀ ਹੁੰਦੀਆਂ ਨੇ, ਪਰ ਬਾਹਰ ਹੱਥ ਪੈਰ ਚੱਲਦੇ ਨੇ। ਧਿਆਨ ਦੇਣਾ, ਅੰਦਰ ਵਿਚਾਰਾਂ ਦੇ ਡੰਡੇ ਚੱਲਦੇ ਨੇ। ਅੰਦਰ ਮਨੁੱਖ ਦੇ ਭੈੜੇ ਵਿਚਾਰਾਂ ਦੇ ਡੰਡਿਆਂ ਨਾਲ ਮਾਇਆ ਪ੍ਰਭਾਵਿਤ ਕਰਦੀ ਹੈ, ਤੇ ਜਦੋਂ ਇਹ ਬਾਹਰ ਆਉਂਦੀ ਹੈ ਤੇ ਫਿਰ ਬੰਦਾ ਬਾਹਰ ਨੂੰ ਲੱਕੜ ਦਾ ਡੰਡਾ ਚੁੱਕ ਲੈਂਦਾ, ਲੋਹੇ ਦੀ ਚੀਜ਼ ਚੁੱਕ ਲੈਂਦਾ ਜਿੱਥੇ ਹੱਥ ਪੈਂਦਾ। ਸੋ ਮਹਾਰਾਜ ਜੀ ਕਹਿੰਦੇ ਇਹ ਕਈ ਤਰ੍ਹਾਂ ਦੇ ਰੂਪ ਦੇ ਵੇਸ਼ ਕਰਦੀ ਹੈ। ਬਚ ਕੇ ਭਾਈ, ਬਚ ਕੇ ਬਹੁਤ ਵੱਡਾ ਨੁਕਸਾਨ ਕਰਾ ਦੇਵੇਗੀ। ਜਦੋਂ ਕਿਸੇ ਦੇ ਹੱਥ ਵਿੱਚ ਲੋਹੇ ਦੀ ਚੀਜ਼ ਆ ਜਾਏ, ਜਦੋਂ ਕਿਸੇ ਦੇ ਹੱਥ ਵਿੱਚ ਤਲਵਾਰ ਆ ਜਾਏ, ਕੋਈ ਹਥਿਆਰ ਆ ਜਾਏ, ਮਾਇਆ ਦਿਮਾਗ ਵਿੱਚ ਵੜ ਜਾਏ ਤੇ ਇਹ ਕਤਲ ਕਰਾ ਦਿੰਦੀ ਹੈ। ਧਿਆਨ ਦੇਣਾ, ਇੱਦਾਂ ਹੀ ਹੈ ਨਾ। ਤੇ ਜਦੋਂ ਉਹ ਬੰਦਾ ਗਲਤੀ ਕਰ ਲੈਂਦਾ, ਕੁਝ ਮਿੰਟਾਂ ਘੰਟਿਆਂ ਦੇ ਬਾਅਦ ਉਹ ਬੜਾ ਹੀ ਪਛਤਾਉਂਦਾ, ਉਹ ਬਹੁਤ ਪਛਤਾਉਂਦਾ ਵੀ ਇਹ ਮੇਰੇ ਕੋਲੋਂ ਕੀ ਹੋ ਗਿਆ। ਪਰ ਕਿਉਂਕਿ ਉਹ ਬੜਾ ਸਿਆਣਾ ਜੋ ਬਣਿਆ ਸੀ, ਉਹਨੇ ਕਦੀ ਕਲਾਸ ਅਟੈਂਡ ਨਹੀਂ ਸੀ ਕੀਤੀ ਗੁਰਮਤਿ ਦੀ, ਕਦੀ ਗੁਰੂ ਕੋਲ ਗਿਆ ਨਹੀਂ ਸੀ, ਉੱਦਾਂ ਕਹਿੰਦਾ ਸੀ ਮੈਂ ਸਿਆਣਾ ਸਭ ਕੁਝ ਜਾਣਦਾ, ਪਰ ਜਾਣਨ ਕਰਕੇ ਵੀ ਗਲਤੀ ਕਰ ਗਿਆ। ਧਿਆਨ ਦੇਣਾ, ਜਾਣਨ ਕਰਕੇ ਵੀ ਰਿਸ਼ਵਤ ਲੈ ਗਿਆ। ਠੀਕ ਹੈ ਜੀ, 1 ਲੱਖ 2 ਲੱਖ ਤਨਖਾਹ ਲੈਣ ਵਾਲਾ
जान बूझ के बावरे ते काज बिगाड़ियो। जान बुझ के 2-3 लाख तनख्वाह लैण वाला भी वो फाइल दे विच कहंदा 5,000 लिया दिओ ते ਉਹ ਹੁਣ ਪੈ ਗਈ ਉੱਥੇ ਵਿਜੀਲੈਂਸ ਜਾਂ ਹੋਰ ਉਹਨਾਂ ਨੇ ਅਰੈਸਟ ਕੀਤਾ ਤੇ ਉਹਨਾਂ ਨੇ ਜੀ ਉਹਨੂੰ ਸਸਪੈਂਡ ਕਰ ਦਿੱਤਾ। ਇਹ ਕੀ ਸੀ ਮਾਇਆ? ਜੇ ਉਹਦੀ ਤੇ ਮਾਇਆ ਦਾ ਪ੍ਰਭਾਵ ਨਾ ਹੁੰਦਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਇਹ ਮਾਇਆ ਦੇ ਅਧੀਨ ਹੋ ਕੇ ਹੀ ਬੰਦਾ ਗਲਤੀ ਕਰਦਾ, ਮਾਇਆ ਦੇ ਅਧੀਨ ਹੋ ਕੇ ਭ੍ਰਿਸ਼ਟਾਚਾਰੀ ਬਣਦਾ, ਮਾਇਆ ਦੇ ਅਧੀਨ ਹੋ ਕੇ ਹੀ ਬੋਲ ਕਬੋਲ ਬੋਲਦਾ, ਮਾਇਆ ਦੇ ਅਧੀਨ ਹੋ ਕੇ ਹੀ ਲੜਦਾ, ਮਾਇਆ ਦੇ ਅਧੀਨ ਹੋ ਕੇ ਹੀ ਦੂਸਰੇ ਨੂੰ ਗਲਤ ਅੱਖੀਆਂ ਦੇ ਨਾਲ ਤੱਕਦਾ, ਮਾਇਆ ਦੇ ਅਧੀਨ ਹੋ ਕੇ ਹੀ ਛਲ ਕਪਟ ਕਰਦਾ। ਹੋਰ ਕਿਹੜੇ ਰੂਪ ਨੇ ਇਹਦੇ? ਸੋ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਬਹੁਤ ਰੂਪ ਨੇ ਭਾਈ, ਬਚ ਕੇ। ਪੈਰ ਪੈਰ ਦੇ ਤੈਨੂੰ ਇਹ ਮਿਲੇਗੀ, ਪੈਰ ਪੈਰ ਤੇ ਤੈਨੂੰ ਮਿਲੇਗੀ, ਤੈਨੂੰ ਤੇਰੇ ਮਿੱਤਰ ਦੇ ਰੂਪ ਦੇ ਵਿੱਚ ਵੀ ਮਿਲ ਜਾਏਗੀ। ਉਹਨੇ ਆਪਣੇ ਸਵਾਰਥ ਦੀ ਪੂਰਤੀ ਕਰਨ ਦੇ ਲਈ ਤੇਰੀ ਵਾਹ ਵਾਹ ਪਹਿਲਾਂ ਕਹੀ ਜਾਣੀ ਹੈ। ਜਦੋਂ ਉਹਨੇ ਆਪਣਾ ਮਸਲਾ ਹੱਲ ਕਰ ਲਿਆ, ਫਿਰ ਤੂੰ ਕੌਣ ਤੇ ਮੈਂ ਕੌਣ? ਇਹ ਕੀ ਹੈ? ਮਾਇਆ। ਜਦੋਂ ਉਸਨੇ ਆਪਣੇ ਉਹਨੂੰ ਕੰਮ ਦੀ ਜ਼ਰੂਰਤ ਹੈ, ਆਪਣੇ ਮਸਲੇ ਦੇ ਹੱਲ ਦੀ ਜ਼ਰੂਰਤ ਹੈ, ਮਤਲਬ ਦੀ ਜ਼ਰੂਰਤ ਹੈ, ਉਹਨੇ ਤੈਨੂੰ ਜੀ ਜੀ ਵੀ ਕਹਿਣਾ। ਉਹਨੇ ਕਹਿਣਾ ਤੇਰੇ ਨਾਲੋਂ ਚੰਗਾ ਇਨਸਾਨ ਹੀ ਕੋਈ ਨਹੀਂ। ਜਦੋਂ ਕਿਸੇ ਨੇ ਪੈਸੇ ਲੈਣੇ ਹੁੰਦੇ ਨਾ, ਤੁਹਾਡੇ ਕੋਲ 2-4 ਲੱਖ, ਪਹਿਲਾਂ ਬਹਿੰਦਾ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਜੀ ਤੁਹਾਡੇ ਬਾਰੇ ਸੁਣਿਆ, ਤੁਸੀਂ ਬਹੁਤ ਚੰਗੇ ਹੋ, ਬਹੁਤ ਚੰਗੇ ਕਹਿੰਦਾ ਨਾ। ਜਦੋਂ ਪੈਸੇ ਉਹਦੇ ਹੱਥ ਵਿੱਚ ਆ ਜਾਂਦੇ ਹੈ ਅਤੇ ਕਹਿੰਦਾ ਮੈਂ 6 ਮਹੀਨੇ ਬਾਅਦ ਦੇ ਦਾਂਗਾ। 2 ਸਾਲ ਲੰਘ ਜਾਂਦੇ ਨੇ, ਬੰਦਾ ਆਪਣੇ ਹੀ ਪੈਸੇ ਮੰਗਣ ਜਾਂਦਾ, ਲੋਕਾਂ ਨੂੰ ਕਹਿੰਦਾ ਬੜਾ ਹੋਛਾ ਬੰਦਾ, ਲਓ ਨਾਲੇ ਮਦਦ ਕੀਤੀ ਤੇ ਨਾਲੇ ਬੁਰਾ ਬਣ ਗਿਆ। ਮੈਂ ਬਹੁਤ ਸੋਹਣਾ ਆਰਟੀਕਲ ਪੜ੍ਹ ਰਿਹਾ ਸੀ, ਪੜ੍ਹਿਆ ਕਰੋ ਕਿਤੋਂ ਜੇ ਪੜ੍ਹਨ ਨੂੰ ਮਿਲਦਾ। ਉਹ ਕਹਿੰਦੇ ਜਿਸ ਨੇ ਰਿਸ਼ਤਾ ਵਿਗਾੜਨਾ ਹੋਵੇ ਨਾ, ਰਿਸ਼ਤਾ ਵਿਗਾੜਨਾ ਹੋਵੇ ਕਿਸੇ ਨੇ ਵੀ, ਕਿਸੇ ਨੂੰ ਪੈਸੇ ਦੇ ਦਿਓ ਜਾਂ ਕਿਸੇ ਕੋ ਉਧਾਰੇ ਲੈ ਲਓ ਬਸ, ਜਾਂ ਕਿਸੇ ਨੂੰ ਮਾਇਆ ਦੇ ਦਿਓ ਜਾਂ ਕਿਸੇ ਕੋਲ ਲੈ ਲਓ, ਤੇ ਇਹ ਰਿਸ਼ਤਾ ਵਿਗੜਿਆ ਹੀ ਵਿਗੜਿਆ, ਨੇੜੇ ਤੋਂ ਨੇੜੇ ਦਾ ਰਿਸ਼ਤਾ। ਇਸ ਕਰਕੇ ਗੁਰੂ ਮਿਹਰ ਕਰੇ ਇਹਦੀ ਜ਼ਰੂਰਤ ਹੀ ਨਾ ਪਵੇ। ਜੇ ਜ਼ਰੂਰਤ ਪਵੇ ਤਾਂ ਉਹ ਬੰਦਾ ਆਪਣੇ ਅਸੂਲਾਂ ਦਾ ਬੜਾ ਪੱਕਾ ਹੋਣਾ ਚਾਹੀਦਾ, ਜੋ ਬਚਨ ਕੀਤਾ ਉਹਦੇ 'ਤੇ ਕਾਇਮ ਰਹਿਣਾ ਚਾਹੀਦਾ। ਅਤੇ ਜੇ ਫਿਰ ਬਹਾਨੇਬਾਜ਼ੀਆਂ ਵਾਲਾ ਬੰਦਾ, ਉਹ ਦੂਰ ਚਲਾ ਜਾਂਦਾ, ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ। ਕਿਉਂਕਿ ਜਦੋਂ ਕਿਸੇ ਨੇ ਕਿਸੇ ਕੋਲੋਂ ਮੰਗੀ ਨਾ, ਦੇਖੋ ਮੈਂ ਕਰਦੇ ਹਾਂ ਡਿਸਕਸ਼ਨ, ਜਦੋਂ ਕਿਸੇ ਨੇ ਮੰਗੀ, ਸਾਡਾ ਰਿਸ਼ਤੇਦਾਰ ਸਾਡੇ ਘਰ ਆਇਆ, ਅਸੀਂ ਦਿੱਤੀ ਨਾ, ਉਹਨੇ ਸਾਨੂੰ 4 ਮਹੀਨੇ ਉੱਦਾਂ ਹੀ ਨਹੀਂ ਬੁਲਾਉਣਾ। ਉਹਨੇ ਕਹਿਣਾ ਮੈਂ ਘਰ ਗਿਆ ਸੀ, ਇੱਜ਼ਤ ਨਹੀਂ ਮੇਰੀ ਰੱਖੀ, ਠੀਕ ਹੈ ਨਹੀਂ। ਜੇ ਦੇ ਦਿੱਤੀ ਤੇ ਮੁੜ ਮੰਗ ਲਈ, ਫਿਰ ਵੀ ਪੰਗਾ, ਫਿਰ ਵੀ ਪਰੇਸ਼ਾਨੀ। ਇਸ ਕਰਕੇ ਇਹ ਮਾਇਆ ਜਿਹੜੀ ਹੈ ਕਈ ਰੂਪਾਂ ਦੇ ਵਿੱਚ ਆ ਕੇ ਸਾਨੂੰ ਪ੍ਰਭਾਵਿਤ ਕਰਦੀ ਹੈ, ਰਿਸ਼ਤਿਆਂ ਨੂੰ ਖੱਟੇ ਕਰਦੀ ਹੈ, ਰਿਸ਼ਤਿਆਂ ਨੂੰ ਫਿੱਕੇ ਕਰਦੀ ਹੈ। ਗੁਰੂ ਮਹਾਰਾਜ ਜੀ ਨੇ ਸਾਫ਼ ਲਿਖਿਆ, ਕਹਿੰਦੇ ਗ੍ਰਹਿ ਬਸਨ ਨਾ ਦੇਈ। ਗ੍ਰਹਿ ਦਾ ਮਤਲਬ ਘਰ ਵਿੱਚ ਬਸਨ ਨਹੀਂ ਦਿੰਦੀ, ਬਸਣ ਵਾਲਿਆਂ ਨੂੰ ਵੀ ਉਜਾੜ ਦਿੰਦੀ ਹੈ। ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਭਰਮਾਵੈ। ਕਈ ਤਰੀਕਿਆਂ ਦੇ ਨਾਲ ਭਰਮਾਉਂਦੀ ਹੈ। ਬੰਦਾ ਚੰਗਾ ਭਲਾ ਘਰ ਬੈਠਾ ਹੁੰਦਾ, ਬੰਦਾ ਕਹਿੰਦਾ ਜਦੋਂ ਕੋਈ ਰਫੜ ਪੈ ਜਾਂਦਾ, ਘਰ ਦੇ ਕਹਿੰਦੇ ਉਹ ਕੀ ਜ਼ਰੂਰਤ ਸੀ, ਚੰਗਾ ਭਲਾ ਬੈਠਾ ਸੀ ਤੂੰ, ਤੈਨੂੰ ਕੀ ਜ਼ਰੂਰਤ ਸੀ ਬਾਹਰ ਦਫਾ ਹੋਣ ਦੀ। ਜਦੋਂ ਕੋਈ ਇੱਦਾਂ ਦਾ ਗਲਤ ਕੰਮ ਹੋ ਜਾਂਦਾ ਨਾ, ਫਿਰ ਕਹਿੰਦਾ ਤੂੰ ਚੰਗਾ ਭਲਾ, ਤੇ ਬੰਦਾ ਕਹਿੰਦਾ ਹਾਂ ਯਾਰ ਚੰਗਾ ਭਲਾ ਬੈਠਾ ਸੀ, ਐਵੇਂ ਹੀ ਚੱਕਰ 'ਚ ਪੈ ਗਏ, ਐਵੇਂ ਹੀ ਸੱਟ ਲਵਾ ਲਈ, ਐਵੇਂ ਗਵਾਹ ਬਣ ਗਏ, ਕੀ ਜ਼ਰੂਰਤ ਸੀ ਕਿਸੇ ਦੇ ਝਗੜੇ ਦੇ ਵਿੱਚ ਆਉਣ ਦੀ। ਇਹ ਮਾਇਆ ਵੱਖ ਵੱਖ ਪ੍ਰਭਾਵ ਹੈ। ਇਹ ਗੱਲਾਂ ਬਿਲਕੁਲ ਸਹੀ ਲਿਖੀਆਂ। ਤੁਸੀਂ ਕਿਸੇ ਲੜਦੇ ਨੂੰ ਨਾ ਛਡਾਉਣ ਜਾਓ, ਧਿਆਨ ਦੇਣਾ, ਕਿਸੇ ਲੜਾਈ ਝਗੜੇ ਕਰਦੇ ਨੂੰ ਛਡਾਉਣ ਜਾਓ ਤੇ ਉਹ ਬੰਦਾ ਜਿਹੜਾ ਹੈ ਨਾ, ਇੱਦਾਂ ਬੁਰਾ ਉਹ ਛਡਾਉਣ ਵਾਲੇ ਦੀ ਇੰਨੀ ਭੈੜੀ ਬੇਇੱਜ਼ਤੀ ਕਰ ਦਿੰਦਾ, ਇੱਦਾਂ ਦੇ ਗਲਤ ਲਫ਼ਜ਼ ਬੋਲ ਦਿੰਦਾ, ਉਹਦੇ ਪੈਰੋਂ ਜ਼ਮੀਨ ਨਿਕਲ ਜਾਂਦੀ। ਮੈਂ ਕਾਹਨੂੰ ਆਇਆ, ਇੱਦਾਂ ਹੁੰਦਾ ਨਾ। ਉਹਨੇ ਪਤਾ ਨਹੀਂ ਕੀ ਮੋਹ ਗਿਆ, ਤੁਸੀਂ ਤੇ ਅਸੀਂ ਤੇ ਕਹੇ ਵੀ ਚਲੋ ਉਹਦਾ ਭਲਾ ਹੋ ਜੇ, ਵੀ ਉਹਨੂੰ ਇਸ ਝਗੜੇ 'ਚੋਂ ਬਾਹਰ ਕੱਢੀਏ, ਪਰ ਉਹਨੇ ਤੁਹਾਨੂੰ ਕੀ ਬੋਲ ਦੇਣਾ ਕੋਈ ਪਤਾ ਨਹੀਂ, ਕਿਉਂਕਿ ਉਹਦੇ ਸਿਰ 'ਤੇ ਪ੍ਰਭਾਵ ਹੈ ਮਾਇਆ ਦਾ। ਵੇਸ਼ ਕਰੇ ਬਹੁ ਰੂਪ ਦਿਖਾਵੇ, ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਪ੍ਰਭਾਵ ਹੈ, ਵੱਖ ਵੱਖ ਪ੍ਰਭਾਵ ਹੈ, ਵੱਖ ਵੱਖ ਪ੍ਰਭਾਵ ਹੈ। ਇਸ ਕਰਕੇ
ਇਹ ਮਾਇਆ ਬੜੇ ਰੂਪ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀਆਂ ਵਿਚਾਰਾਂ ਸਾਂਝੀਆਂ ਕਰਦਾ ਹੁੰਦਾ ਗੁਰਬਾਣੀ ਮੁਤਾਬਕ, ਜਾਂ ਜਿਹੜੀਆਂ ਮੈਂ ਚੰਗੀ ਤਰ੍ਹਾਂ ਆਪਣੀ ਜਿਹਨੂੰ ਹੱਡ ਬੀਤੀ ਵੀ ਕਹਿੰਦੇ ਨੇ। ਕੋਈ ਕਿਸੇ ਦਾ ਫੈਸਲੇ ਦੇ ਵਿੱਚ ਬੈਠੇ ਅਤੇ ਉਹ ਕਿਸੇ ਧੀ ਦਾ ਫੈਸਲਾ ਸੀ, ਅਤੇ ਜਿਹੜਾ ਉੱਥੇ ਦਾ ਮੋਹਤਵਰ ਬੰਦਾ ਉਸਨੇ ਗੱਲ ਇੱਦਾਂ ਦੀ ਕਰ ਦਿੱਤੀ ਉਸ ਧੀ ਦੇ ਨਾਲ, ਉਹਨੇ ਵੀ ਗੱਲ ਇੱਦਾਂ ਦੀ ਕਰ ਦਿੱਤੀ, ਅਤੇ ਉਹਨੇ ਫਿਰ ਉਹ ਗੱਲ ਉਹਨੂੰ ਮੂੰਹ 'ਤੇ ਕਹੀ। ਉਹ ਬਾਕੀ ਉਹਦੇ ਘਰ ਵਿੱਚ ਉਹ ਗੱਲ ਹੋਈ ਸੀ। ਉਹ ਵਿਚਾਰਾ ਥੱਲੇ ਨੂੰ ਮੂੰਹ ਕਰਕੇ ਬਹਿ ਗਿਆ, ਉਹ ਕੁਛ ਵੀ ਨਾ ਬੋਲ ਸਕਿਆ। ਗੱਲ ਸਹੀ ਸੀ, ਗੱਲ ਸਹੀ ਸੀ। ਉਹ ਤਾਂ ਗਿਆ ਸੀ ਦੂਜੇ ਦੀ ਲੜਾਈ ਮਿਟਾਉਣ, ਦੂਜੇ ਦੀ ਘਰ ਦੀ ਸੁਲ੍ਹਾ ਕਰਾਉਣ, ਉਹਨੇ ਉਹਦੇ ਹੀ ਪਰਦੇ ਖੋਲ੍ਹ ਕੇ ਰੱਖ ਦਿੱਤੇ ਸਾਰਿਆਂ ਦੇ ਵਿੱਚ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਗ੍ਰਹਿ ਬਸਨ ਨਾ ਦੇਈ ਵੱਖ ਵੱਖ ਭਰਮਾਵੈ। ਇਹ ਬਸਨ ਨਹੀਂ ਦਿੰਦੀ, ਬੜੇ ਰੂਪਾਂ ਦੇ ਵਿੱਚ ਆ ਕੇ ਖਰਾਬ ਕਰਦੀ ਹੈ। ਘਰ ਕੀ ਨਾਇਕ ਘਰ ਵਾਸ ਨਾ ਦੇਵੇ। ਦੇਖੋ ਨਾਇਕ ਦਾ ਮਤਲਬ ਹੁੰਦਾ ਮਾਲਕ ਜਾਂ ਘਰ ਦਾ ਜਿਹੜਾ ਇਹ ਬੰਦਾ ਮੁਖੀ ਹੈ। ਕਹਿੰਦੇ ਘਰ ਦੇ ਮਾਲਕ ਨੂੰ ਘਰ ਦੇ ਵਿੱਚ ਰਹਿ ਨਹੀਂ ਦਿੰਦੀ। ਘਰ ਕੀ ਨਾਇਕ ਘਰ ਵਾਸ ਨਾ ਦੇਵੇ, ਉਹਨੂੰ ਵਸਣ ਨਹੀਂ ਦਿੰਦੀ। ਘਰ ਦੇ ਮਾਲਕ ਜਾਂ ਮਾਲਕਿਨ ਨੂੰ ਉੱਥੇ ਸ਼ਾਂਤੀ ਦੇ ਨਾਲ ਰਹਿ ਨਹੀਂ ਦਿੰਦੀ। ਦੇਖ, ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਡਾ ਹੱਕ ਹੈ, ਰਾਈਟ ਹੈ ਨਾ ਸਾਰਿਆਂ ਦਾ ਰਹਿਣਾ, ਖੁਸ਼ੀ ਖੁਸ਼ੀ ਰਹਿਣਾ। ਪਰ ਸਾਨੂੰ ਉੱਥੇ ਵੀ ਪਰੇਸ਼ਾਨ ਕਰਦੀ ਹੈ। ਕੌਣ? ਮਾਇਆ। ਕਦੀ ਮੋਹ ਦੇ ਰੂਪ ਦੇ ਵਿੱਚ, ਕਦੀ ਝਗੜੇ ਦੇ ਰੂਪ ਦੇ ਵਿੱਚ, ਕਦੀ ਕਿਸੇ ਰੂਪ ਦੇ ਵਿੱਚ, ਕਦੀ ਕਿਸੇ ਰੂਪ ਦੇ ਵਿੱਚ। ਮਹਾਰਾਜ ਜੀ ਕਹਿੰਦੇ ਘਰ ਦੇ ਮਾਲਕ ਨੂੰ ਵੀ ਉਸ ਘਰ ਦਾ ਮਾਲਕ ਨਹੀਂ ਬਣ ਦਿੰਦੀ। ਕੌਣ? ਘਰ ਕੀ ਨਾਇਕ ਘਰ ਵਾਸ ਨਾ ਦੇਵੇ। ਉਸ ਨੂੰ ਜਾਂ ਇੰਝ ਕਹਿ ਲਈਏ ਜਿਹੜਾ ਸਾਡਾ ਹਿਰਦੇ ਰੂਪੀ ਘਰ ਹੈ, ਇਹਦੇ ਕੀ ਤੁਹਾਡਾ ਸਾਰਿਆਂ ਦਾ ਆਪਣਾ ਆਪਣਾ ਘਰ ਹੈ ਨਾ। ਤੁਹਾਡਾ ਸਾਰਿਆਂ ਦਾ ਆਪਣਾ ਮਨ ਹੈ, ਮੇਰਾ ਆਪਣਾ ਮਨ ਹੈ, ਮੇਰਾ ਆਪਣਾ ਹਿਰਦਾ, ਤੁਹਾਡਾ ਆਪਣਾ ਹਿਰਦਾ। ਇਹ ਮਾਇਆ ਮੇਰੇ ਮਾਲਕ ਨੂੰ ਮੇਰੇ ਘਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਤੁਰੀ ਪਈ ਹੈ। ਮੇਰਾ ਮਾਲਕ ਕੌਣ ਸੀ? ਰੱਬ, ਵਾਹਿਗੁਰੂ, ਰਾਮ, ਈਸ਼ਵਰ, ਪ੍ਰਭੂ, ਭਗਵਾਨ, ਅੱਲਾ, ਗੋਡ। ਮੇਰੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਮੇਰੇ ਮਾਲਕ ਨੂੰ ਹੀ ਇਸ ਨੇ ਬਾਹਰ ਕੱਢ ਦਿੱਤਾ। ਦੇਖੋ ਮਾਇਆ ਇੱਦਾਂ ਦਾ ਫੁਰਨਾ ਬਣਾਇਆ। ਬੰਦਾ ਕਹਿੰਦਾ ਛੱਡੋ ਪਰਾਂ, ਕੀ ਕਰਨਾ, ਕੀ ਕਰਨਾ, ਕੀ ਕਰਨਾ ਹੈ। ਉਹ ਬੜੀ ਵਧੀਆ ਇੱਕ ਉਦਾਹਰਨ ਦਿੰਦੇ ਹੁੰਦੇ ਆ ਇਹ ਵਿਦਵਾਨ। ਉਹ ਕਹਿੰਦਾ ਚੜ੍ਹ ਗਿਆ ਕੋਈ ਖਜੂਰ 'ਤੇ, ਚੜ੍ਹਨਾ ਤਾਂ ਆਉਂਦਾ ਸੀ ਅਤੇ ਉਤਰਨਾ ਆਉਂਦਾ ਨਹੀਂ ਸੀ। ਅਤੇ ਜਦੋਂ ਉੱਤੇ ਚੜ੍ਹ ਗਿਆ ਕਿਨਾਰੇ 'ਤੇ, ਥੱਲੇ ਉਤਰਨਾ ਨਾ ਆਵੇ, ਅਤੇ ਹੁਣ ਉੱਥੇ ਅਰਦਾਸਾਂ ਕਰੀ ਜਾਵੇ ਵੀ ਭੁੰਜੇ ਜਾਂ ਥੱਲੇ ਡਿੱਗ ਗਿਆ ਅਤੇ ਲੱਤ ਬਾਂਹ ਟੁੱਟ ਜਾਏਗੀ। ਅਤੇ ਕਹਿੰਦਾ ਉਹਨੇ ਆਪਣੇ ਜਿਹਨੂੰ ਵੀ ਮੰਨਦਾ ਸੀ ਉਹਦੇ ਅੱਗੇ ਅਰਦਾਸ ਕੀਤੀ। ਰੱਬ ਕਹਿ ਦਿੰਦੇ ਆ ਵੀ ਮੈਨੂੰ ਹੇਠਾਂ ਉਤਾਰ ਲੈ, 100 ਦਾ ਪ੍ਰਸ਼ਾਦ ਚੜ੍ਹਾਊਂ। ਚਲੋ ਹੌਲੀ ਹੌਲੀ ਆ ਗਿਆ ਅੱਧ ਵਿੱਚ ਘਰ। ਕਹਿੰਦਾ ਵੀ ਅੱਧਾ ਕਦੇ ਉਤਰੇ ਆਏ ਆ, 50 ਕੁ ਦਾ ਕਰ ਦਿੰਦੇ ਆ, ਮਹਿੰਗਾਈ ਬਹੁਤ ਹੈ। ਮਨ ਕਹਿੰਦਾ 50, ਮਾਇਆ ਹੈ ਨਾ, 50 'ਤੇ ਆ ਗਿਆ। ਥੋੜ੍ਹਾ ਜਿਹਾ ਥੱਲੇ ਆਇਆ, ਕਹਿੰਦਾ ਭਾਈ ਰਹਿ ਕਿੰਨਾ ਕੁ ਗਿਆ? 25 ਰੁਪਏ ਦਾ ਕਰਾ ਦਿੰਦੇ ਆ ਪ੍ਰਸ਼ਾਦ। ਅਤੇ ਜਦੋਂ ਇਹ ਗੱਲ ਕਹੀ ਅਤੇ ਜਦੋਂ ਥੋੜ੍ਹਾ ਜਿਹਾ ਥੱਲੇ, ਥੋੜ੍ਹੀ ਜਿਹੀ ਰਹਿ ਗਈ ਉਤਰਨ ਵਾਲੀ ਉਹ ਜਗ੍ਹਾ, ਮਾਰੀ ਛਾਲ ਥੱਲੇ ਉਤਰਿਆ। ਕਹਿੰਦਾ ਕੋਈ ਪ੍ਰਸ਼ਾਦ ਪ੍ਰਸ਼ੂਦ ਨਹੀਂ ਚੜ੍ਹਾਉਣਾ, ਮੈਂ ਆਪੇ ਚੜ੍ਹਿਆ ਅਤੇ ਆਪੇ ਉਤਰਿਆ। ਇਹਨੂੰ ਕਹਿੰਦੇ ਨੇ ਮਾਇਆ। ਬੰਦਾ ਕਹਿੰਦਾ ਕਿਸੇ ਨੇ ਕੀ ਕੀਤਾ? ਇਹ ਤਾਂ ਸਭ ਕੁਛ ਮੈਂ ਕੀਤਾ। ਮੇਰੀ ਆਤਮਿਕ ਅਵਸਥਾ ਬਣੀ ਅਤੇ ਮੇਰੇ ਕਰਕੇ ਬਣੀ। ਜੇ ਮੈਂ ਤੁਹਾਡੇ ਨਾਲ ਕੋਈ ਚੀਜ਼ਾਂ ਸ਼ੇਅਰ ਕਰ ਰਿਹਾ ਅਤੇ ਮੇਰੀਆਂ ਥੋੜ੍ਹੋ ਨੇ, ਇਹ ਗਿਆਨ ਮੇਰਾ ਥੋੜ੍ਹੋ ਹੈ। ਮੈਨੂੰ ਵੀ ਕਿਸੇ ਨੇ ਝੋਲੀ ਵਿੱਚ ਪਾ ਕੇ ਦਿੱਤਾ, ਭੀਖ ਦਿੱਤੀ, ਦਾਨ ਦਿੱਤਾ। ਮੈਨੂੰ ਵੀ ਝੋਲੀ ਦੇ ਵਿੱਚ ਪਾਇਆ ਕਿਸੇ ਨੇ, ਅਤੇ ਮੇਰੇ ਕੋਲ ਵੀ ਮਹਾਰਾਜ ਜੀ ਅੱਗੇ ਸੇਵਾ ਲੈ ਰਹੇ ਨੇ। ਮੇਰੀ ਕੋਈ ਜਗੀਰ ਥੋੜ੍ਹਾ, ਮੇਰੀ ਕੋਈ ਪ੍ਰੋਪਰਟੀ ਥੋੜ੍ਹਾ, ਵਿੱਦਿਆ ਅਤੇ ਗਿਆਨ ਇਹ ਤਾਂ ਮਾਲਕ ਨੇ ਦਿੱਤਾ ਹੋਇਆ ਹੈ। ਇਸ ਕਰਕੇ ਜੇ ਮੈਂ ਕਹਿ ਦੇਵਾਂ ਵੀ ਇਹ ਮੇਰਾ, ਫਿਰ ਹੈ ਮਾਇਆ, ਫਿਰ ਉਹ ਚੀਜ਼ ਬਣਨੀ ਵੀ ਨਹੀਂ ਜਿਹੜੀ ਅਸੀਂ ਬਣਾਉਂਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਯਤਨ ਕਰੋ ਉਰਝਾਏ ਪਰਿਵੈ। ਬੜੇ ਯਤਨ ਕਰਦਾ ਮਨੁੱਖ ਵੀ ਇਹਦੇ ਚੁੰਗਲ 'ਚੋਂ ਬਾਹਰ ਆ ਜਾ, ਮੈਂ ਅਡੋਲ ਬਹਿ ਜਾਵਾਂ, ਮੈਂ ਅਡੋਲ ਹੋ ਕੇ ਸੋਚ ਲਵਾਂ, ਮੈਂ ਖਰੀਆਂ ਖਰੀਆਂ ਗੱਲਾਂ ਸਿੱਖ ਲਵਾਂ, ਚੰਗੇ ਚੰਗੇ ਮਿੱਠੇ ਮਿੱਠੇ ਬੋਲ ਬੋਲਣੇ ਸ਼ੁਰੂ ਕਰ ਦੇਵਾਂ। ਇਹ ਇੰਨੀ ਮਾੜੀ ਹੈ, ਇਹ ਸਾਨੂੰ ਕਰਨ ਨਹੀਂ ਦਿੰਦੀ। ਯਤਨ ਕਰੋ ਉਰਝਾਏ ਪਰਿਵੇ। ਬੜੇ ਯਤਨ ਕਰਦਾ, ਫਿਰ ਵੀ ਉਲਝਾਉਂਦੀ ਰਹਿੰਦੀ ਹੈ। ਧੁਰਕੀ ਭੇਜੀ ਆਈ ਅਮਰ। ਜਿੱਦਣ ਦੇ ਅਸੀਂ ਜੰਮੇ ਉਦਣ ਦੇ ਇਹ ਨਾਲ ਆ ਗਈ। ਜਿੱਦਣ ਦੇ ਅਸੀਂ ਧਰਤੀ 'ਤੇ ਆਏ ਉਦਣ ਦੀ ਮਾਇਆ ਆ ਗਈ। ਕਿੱਦਾਂ ਆ ਗਈ? ਪਤਾ ਕਿੱਦਾਂ ਆ ਗਈ? ਮਾਇਆ ਦੁੱਧ ਦੇ ਰੂਪ ਦੇ ਵਿੱਚ ਵੀ ਆ ਗਈ। ਨਿਆਣਾ ਜਦੋਂ ਬਾਹਰ ਆਇਆ ਨਾ, ਚੀਕਾਂ ਮਾਰੇ, ਚੀਕਾਂ ਮਾਰੇ, ਦੁੱਧ ਚਾਹੀਦਾ।
ਅੰਦਰ ਤੇ ਨਾੜੂਏ ਰਾਹੀਂ ਉਹਨੂੰ ਭੋਜਨ ਖੁਰਾਕ ਮਿਲਦੀ ਸੀ ਮਾਂ ਦੀ। ਜਦੋਂ ਥੋੜ੍ਹਾ ਚਿਰ ਬਾਹਰ ਆਇਆ ਉਹ ਖੁਰਾਕ ਮਿਲਣੀ ਬੰਦ ਹੋ ਗਈ, ਉਹ ਖੁਰਾਕ ਮਿਲਣੀ ਬੰਦ ਹੋ ਗਈ। ਅਤੇ ਉਹਨੂੰ ਫਿਰ ਕੀ ਚਾਹੀਦਾ ਸੀ? ਦੁੱਧ ਚਾਹੀਦਾ ਸੀ। ਅਤੇ ਫਿਰ ਮਾਂ ਨੇ ਆਪਣੀ ਛਾਤੀ ਦੇ ਨਾਲ ਆਇਆ ਅਤੇ ਰੱਬ ਨੇ ਉਹਨੂੰ ਦੁੱਧ ਵੀ ਦਿੱਤਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਗੁਰੂ ਨਾਨਕ ਪਾਤਸ਼ਾਹ ਦਾ ਬਚਨ। ਬਸ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸੋ ਇਹ ਮਾਇਆ ਫਿਰ ਇੱਦਾਂ ਦੇ ਰੂਪਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ। ਅੱਗੇ ਤਾਂ ਫਿਰ ਯਾਤਰਾ ਬੜੀ ਲੰਬੀ ਹੋ ਗਈ। ਕਹਿੰਦੇ ਤਟ ਤੀਰਥ ਨਾ ਛੋਡੇ ਜੋਗ ਹਨ, ਸੰਨਿਆਸ ਨੌਖੰਡ ਜੀਤੇ ਸਵਥਾਨ ਤਨੰਦਰ। ਅੱਛਾ, ਮਹਾਰਾਜ ਜੀ ਕਹਿੰਦੇ ਪਹਿਲਾਂ ਸ਼ੁਰੂ ਤੋਂ ਜਦੋਂ ਆਏ ਉਦੋਂ ਦੀ ਸਾਡੀ ਨਾਲ ਹੈ, ਅਤੇ ਜਿੱਥੇ ਜਿੱਥੇ ਅਸੀਂ ਗਏ ਹਾਂ, ਜਿੱਥੇ ਜਿੱਥੇ ਦੀ ਯਾਤਰਾ ਕੀਤੀ, ਨੌਖੰਡ ਜੀਤੇ ਸਵਥਾਨ ਤਨੰਦਰ, ਇਹ ਸਾਰਿਆਂ ਦੇ ਵਿੱਚ, ਇਹ ਦੇਵਲੋਕ ਦੇ ਵਿੱਚ ਵੀ ਪਹੁੰਚ ਗਈ। ਸਾਰਿਆਂ ਥਾਵਾਂ ਦੇ ਵਿੱਚ ਕਹਿੰਦੇ ਚਲੀ ਗਈ। ਤਟ ਤੀਰਥ ਨਾ ਛੋਡੇ ਜੋਗ ਸੰਨਿਆਸ, ਇਹਨੇ ਨਾ ਸੰਨਿਆਸੀ ਛੱਡੇ, ਬਾਣੀ ਵਿੱਚ ਲਿਖਿਆ, ਨਾ ਤਪਸਵੀ ਛੱਡੇ, ਨਾ ਤੀਰਥਾਂ 'ਤੇ ਨਹਾਉਣ ਵਾਲੇ ਛੱਡੇ। ਤਟ ਮਤਲਬ ਹੁੰਦਾ ਨਦੀ ਦੇ ਕੰਢੇ ਉੱਤੇ ਜਿਹੜੇ ਬਹਿ ਕੇ, ਤੁਸੀਂ ਦੇਖ ਲੈਣਾ, ਅਸੀਂ ਤਾਂ ਨਹੀਂ ਦੇਖਿਆ ਪਰ ਅੱਜ ਦੇ ਨੈੱਟ ਦੇ ਯੁੱਗ ਦੇ ਵਿੱਚ ਦੇਖਿਆ ਵੀ ਜਿਹੜਾ ਹਰਿਦੁਆਰ ਹੈ ਉੱਥੇ ਤੁਸੀਂ ਉਹਦੇ ਕਿਨਾਰੇ 'ਤੇ ਜਾ ਕੇ ਦੇਖਣਾ ਸਵੇਰੇ ਸਵੇਰੇ ਕੀ ਹੁੰਦਾ। ਇੱਥੇ ਲਿਖਿਆ ਤਟ ਤੀਰਥ, ਤੀਰਥਾਂ ਦੇ ਤੱਟਾਂ 'ਤੇ। ਤੱਟ ਮਤਲਬ ਕਿਨਾਰਿਆਂ 'ਤੇ ਬਹਿ ਕੇ ਲੋਕ ਪਹਿਲਾਂ ਇਸ਼ਨਾਨ ਕਰਦੇ ਨੇ, ਫਿਰ ਉੱਥੇ ਕੋਈ ਯੱਗ ਕਰਦਾ, ਕੋਈ ਕਿਸੇ ਤਰ੍ਹਾਂ ਦੀ ਚੀਜ਼ ਕਰਦਾ, ਕੋਈ ਕੁਝ ਕਰਦਾ, ਜੋ ਵੀ ਚੀਜ਼ਾਂ ਉਹ ਕਰਦੇ ਨੇ ਧਰਮ ਨਾਲ ਰਿਲੇਟਡ। ਕਹਿੰਦੇ ਤਟ ਤੀਰਥ ਨਾ ਛੋਡੇ ਜੋਗ, ਨਾ ਜੋਗੀਆਂ ਨੂੰ ਛੱਡਿਆ, ਨਾ ਸੰਨਿਆਸੀਆਂ ਨੂੰ ਛੱਡਿਆ, ਨਾ ਤੱਟਾਂ 'ਤੇ ਗੰਗਾ ਨਹਾ ਕੇ ਜਿਹੜੇ ਬੈਠੇ ਨੇ ਧੋਤੀਆਂ ਬੋਤੀਆਂ ਲਾ ਕੇ, ਨਾ ਉਹਨਾਂ ਨੂੰ ਛੱਡਿਆ ਤੇ ਕਿਸੇ ਨੂੰ ਵੀ ਨਹੀਂ ਛੱਡਿਆ। ਇਹਨੇ ਸਾਡੇ ਵਰਗਿਆਂ ਨੂੰ ਵੀ ਨਹੀਂ ਛੱਡਿਆ। ਇਹ ਨਾ ਕਹੋ ਵੀ ਕਿਸੇ ਕਿਤੇ ਦੂਸਰੇ ਧਰਮ ਦੀ ਗੱਲ ਕਰਦੇ ਨੇ। ਜਿੰਨੇ ਵੀ ਮਹਾਰਾਜ ਜੀ ਕਹਿੰਦੇ ਬਹੁਤ ਬਹੁਤ ਵੱਡੇ ਵੱਡੇ ਵਿਦਵਾਨ ਅਤੇ ਗਿਆਨੀ, ਉਹਨਾਂ ਨੂੰ ਵੀ ਨਹੀਂ ਛੱਡਿਆ। ਇੱਥੇ ਮਹਾਰਾਜ ਜੀ ਮਿਹਰ ਕਰੇ ਬਚਾ ਲੈਣ। ਪੜ੍ਹ ਥੱਕ ਕੇ ਸਿਮਰਤ ਵੇਦ ਅਭਿਆਸ, ਕਹਿੰਦੇ ਸਿਮਰਤੀਆਂ ਵੇਦ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਹਾਰ ਗਏ। ਜੈ ਬੈਸੋ ਤੈ ਨਾਲੇ ਬੈਸੇ, ਇਹ ਨਾਲ ਹੀ ਆ ਕੇ ਬਹਿ ਜਾਂਦੀ ਹੈ, ਇਹ ਨਾਲ ਹੀ ਆ ਕੇ ਬਹਿ ਜਾਂਦੀ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਤੁਸੀਂ ਬੈਠੇ ਹੋ, ਮੈਂ ਬੈਠਾ ਹਾਂ। ਜਦੋਂ ਕੋਈ ਫੁਰਨਾ ਆ ਗਿਆ ਸਮਝੋ ਮਾਇਆ ਆ ਗਈ। ਜਦੋਂ ਵੀ ਕੋਈ ਘਰ ਦੀ ਯਾਦ ਆ ਗਈ, ਨਿਆਣਿਆਂ ਦੀ ਯਾਦ ਆ ਗਈ, ਜਾਂ ਆਪਣੇ ਪੈਸੇ ਦੀ ਯਾਦ ਆ ਗਈ, ਆਪਣੇ ਕੰਮਾਂ ਦੀ ਯਾਦ ਆ ਗਈ, ਸਮਝੋ ਮਾਇਆ ਆ ਗਈ। ਜੈ ਬੈਸੋ ਤੇ ਨਾਲੇ ਬੈਸੇ, ਇਹ ਨਾਲ ਹੀ ਬਹਿ ਜਾਂਦੀ ਹੈ। ਇਹ ਗੱਲਾਂ ਦੇ ਰੂਪ ਦੇ ਵਿੱਚ ਵੀ ਬਹਿ ਜਾਂਦੀ ਮਾਇਆ। ਜਦੋਂ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਨਾ, ਮੇਰੀ ਬਿਰਤੀ ਵੀ ਭੰਗ ਹੁੰਦੀ ਹੈ, ਅਤੇ ਜਿਹੜਾ ਦੂਰ ਬੈਠਾ ਹੁੰਦਾ ਉਹ ਵੀ ਦੇਖਣ ਲੱਗ ਪੈਂਦਾ ਕੀ ਗੱਲਾਂ ਕਰਦੇ ਨੇ, ਉਹਨੂੰ ਵੀ ਰਸ ਆਉਣ ਲੱਗ ਪੈਂਦਾ ਵੀ ਮੈਨੂੰ ਵੀ ਪਤਾ ਲੱਗੇ। ਇਹ ਮਾਇਆ ਗੱਲਾਂ ਦੇ ਰੂਪ ਦੇ ਵਿੱਚ ਆ ਕੇ ਵੀ ਸਾਡੀ ਬਿਰਤੀ ਨੂੰ ਭੰਗ ਕਰਦੀ ਹੈ। ਸਾਨੂੰ ਲੱਗਦਾ ਅਸੀਂ ਤਾਂ ਜ਼ਰੂਰੀ ਗੱਲ ਕਰ ਰਹੇ ਹਾਂ, ਪਰ ਇਹ ਮਾਇਆ ਹੈ ਜਿਹੜੀ ਚੀਜ਼ ਇੰਨੀ ਵਧੀਆ ਰੱਬ ਦੀ ਕਥਾ ਕੀਰਤਨ ਤੋਂ ਦੂਰ ਕਰ ਦੇਵੇ। ਉਹ ਕੀ ਹੈ? ਗੱਲਾਂ ਦੇ ਰੂਪ ਦੇ ਵਿੱਚ ਮਾਇਆ। ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਕਹਿ ਦਿੱਤਾ ਗੱਲਾਂ ਹੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਹੋਛੇ ਬੰਦੇ ਹੁੰਦੇ ਆ ਗੱਲਾਂ ਵਾਲੇ, ਬਾਣੀ 'ਚ ਲਿਖਿਆ। ਇਸ ਕਰਕੇ ਇਹ ਕਈ ਰੂਪਾਂ ਦੇ ਵਿੱਚ ਆ ਕੇ ਜੈ ਬੈਸੋ ਤੇ ਨਾਲੇ ਬੈਸੇ, ਨਾਲ ਹੀ ਬਹਿ ਜਾਂਦੀ ਹੈ। ਸਗਲ ਭਵਨ ਮੈਂ ਸਬਲ ਪ੍ਰਵੇਸੇ, ਬੜੇ ਬਲ ਵਾਲੀ ਹੈ, ਸਾਰੇ ਭਵਨਾਂ ਵਿੱਚ ਜਾ ਪਹੁੰਚਦੀ ਹੈ। ਹੋਸ਼ੀ ਸ਼ਰਨ ਪਿਆ, ਹੋਸ਼ੀ ਸ਼ਰਨ ਪਿਆ ਰਹਿਣ ਨਾ ਪਾਈ। ਮਹਾਰਾਜ ਜੀ ਕਹਿੰਦੇ ਕਮਜ਼ੋਰ ਜਿਹੜਾ ਹੈ ਨਾ, ਅੰਦਰੋਂ ਕਮਜ਼ੋਰ ਹੈ, ਉਹਨੂੰ ਤਾਂ ਛੱਡਦੀ ਕੋਨੀ ਹੈ, ਉਹਦੇ 'ਤੇ ਬਿਲਕੁਲ ਪੇਸ਼ ਪਈ ਰਹਿੰਦੀ ਹੈ। ਹੋਸ਼ੀ ਸ਼ਰਨ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹੋਂ ਕਹਿ ਪੈ ਜਾਈ। ਸੋ ਮਹਾਰਾਜ ਜੀ ਕਹਿੰਦੇ ਨੇ ਵੀ ਹੁਣ ਕਿਹੜੇ ਦਰ ਜਾਈਏ ਵੀ ਇਹ ਤੋਂ ਛੁਟਕਾਰਾ ਹੋਵੇ। ਸੁਣ ਉਪਦੇਸ਼ ਸਤਿਗੁਰੂ ਪਹਿ ਆਇਆ, ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ, ਮੈਨੂੰ ਸੁਣਾਇਆ। ਕਹਿੰਦੇ ਗੁਰ ਹਰ ਹਰ ਨਾਮ ਮੈਂ ਮੰਤਰ ਦਿਲਾਇਆ। ਗੁਰੂ ਨੇ ਮੈਨੂੰ ਇਹਨੂੰ ਸੰਗਲੀ ਪਾਉਣ ਦਾ ਮੰਤਰ ਦੇ ਦਿੱਤਾ। ਧਿਆਨ ਦੇਣਾ, ਜਿਹੜਾ ਕੁੱਕਰ ਵੱਢਦਾ, ਕੁੱਤਾ ਵੱਢਦਾ ਨਾ ਘਰ ਦੇ ਵਿੱਚ, ਉਹਨੂੰ ਸੰਗਲੀ ਪਾ ਕੇ ਬੰਨ੍ਹ ਦਿੱਤਾ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਗੁਰੂ ਨੇ ਮੈਨੂੰ ਇੱਦਾਂ ਦਾ ਮੰਤਰ ਦਿੱਤਾ, ਇਹ ਮਾਇਆ ਨੂੰ ਸੰਗਲੀ ਪੈ ਗਈ। ਗੁਰ ਹਰ ਹਰ ਨਾਮ ਮੋਏ ਮੰਤਰ ਦ੍ਰਿੜਾਇਆ, ਪੱਕਾ ਕਰ ਦਿੱਤਾ, ਨਿਜ ਘਰ ਵਸਿਆ ਗੁਣ ਗਾਏ ਅਨੰਤਾ। ਅਤੇ ਹੁਣ ਜਿਹੜੀ ਮਾਇਆ ਭੌਂਕਦੀ ਸੀ, ਮੈਨੂੰ ਵੱਢਣ ਨੂੰ ਪੈਂਦੀ ਸੀ, ਜਦੋਂ ਉਹਨੂੰ ਸੰਗਲੀ ਪਾ ਕੇ ਵੱਢ ਦਿੱਤੀ ਅਤੇ ਫਿਰ ਚਿੰਤਾ ਹੀ ਕੋਈ ਨਹੀਂ। ਕਿਸੇ ਦੇ ਘਰ ਕੁੱਤਾ ਪੈਂਦਾ ਹੋਵੇ, ਕੋਈ ਦੁੱਧ ਲੈਣ ਜਾਵੇ, ਪਹਿਲਾਂ ਪੁੱਛਦਾ ਤੁਹਾਡਾ ਕੁੱਤਾ ਖੁੱਲ੍ਹਾ ਤਾਂ ਨਹੀਂ, ਇੱਦਾਂ ਹੀ ਪੁੱਛਦਾ ਹੈ ਨਾ।
ਇੱਥੇ ਸਾਫ਼ ਲਿਖਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਇਹ ਵੱਢਦੀ ਹੈ, ਇਹ ਕੱਟਦੀ ਹੈ, ਤੇ ਜਦੋਂ ਇਹਨੂੰ ਸੰਗਲੀ ਪਾ ਕੇ ਬੰਨ੍ਹ ਦਿੱਤਾ ਜਾਵੇ ਸ਼ਬਦ ਦੇ ਨਾਲ, ਤੇ ਫਿਰ ਡਰ ਨਹੀਂ ਰਹਿੰਦਾ। ਨਿਜ ਘਰ ਵਸਿਆ ਗੁਣ ਗਾਏ ਆਨੰਦਾ, ਫਿਰ ਬੰਦਾ ਬਿਲਕੁਲ ਨਿਡਰ ਹੋ ਕੇ ਬਹਿ ਜਾਂਦਾ, ਕਹਿੰਦਾ ਹੁਣ ਡਰ ਕੋਈ ਨਹੀਂ। ਪ੍ਰਭ ਮਿਲਿਓ ਨਾਨਕ ਭਏ ਅਚਿੰਤਾ, ਫਿਰ ਮਾਲਕ ਮਿਲਦਾ ਤੇ ਫਿਰ ਚਿੰਤਾ ਦੂਰ ਹੋ ਜਾਂਦੀ ਹੈ। ਘਰ ਮੇਰਾ ਇਹ ਨਾਇਕ ਹਮਾਰੀ, ਫਿਰ ਇਹ ਮਹਾਰਾਜ ਜੀ ਕਹਿੰਦੇ ਆਪਣੇ ਘਰ ਦੇ ਵਿੱਚ ਇਹਨੂੰ ਦਾਸੀ ਬਣਾ ਕੇ ਰੱਖਣਾ ਪੈਂਦਾ। ਇਹ ਆ ਜਾਂਦੀ ਹੈ ਦਾਸੀ ਬਣ ਕੇ। ਇਹ ਆਮਰ ਹਮ ਗੁਰ ਕੀ ਹੈ ਦਰਬਾਰੀ ਰਹਾਓ ਦੂਜਾ। ਸੋ ਮੇਰੇ ਗੁਰੂ ਨੇ ਮਿਹਰ ਕਰਕੇ ਇਸ ਮਾਇਆ ਨੂੰ ਸੰਗਲੀ ਪਾ ਕੇ ਮੇਰੀ ਦਾਸੀ ਬਣਾ ਦਿੱਤਾ, ਤੇ ਇਹ ਮੇਰੇ ਹੁਣ ਕਹਿਣੇ ਵਿੱਚ ਹੈ, ਇਹ ਮੇਰੀ ਹਜ਼ੂਰੀ ਦੇ ਵਿੱਚ ਹੈ, ਇਹ ਮੇਰੇ ਅੰਡਰ ਹੈ, ਬਸ ਇਹ ਮੇਰੇ ਅੰਡਰ ਹੈ। ਸੋ ਇਹ ਸਭ ਕੁਝ ਕਿਸ ਨੇ ਕੀਤਾ? ਗੁਰੂ ਸਾਹਿਬ ਨੇ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਰਕੇ ਸੇਵਾ ਲਈ ਹੈ। ਇਸ ਦਾ ਭਾਵ ਸਰਦੇ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।